ਸਭ ਨੂੰ ਜੈਮਸੀ ਦੀ ਜੈਮਸੀ ਹਾਂਜੀ ਪਤਾ ਕਵਾਲ ਜੀ ਆਪਾਂ ਜੀ ਸਰ ਬਾਈਬਲ ਸਟੱਡੀ ਕਰ ਰਹੇ ਹੈਗੇ ਆ ਜਿਹੜੀ 5-fold ਮਿਨਿਸਟਰੀ ਹੈ ਜਿਹੜੀ 5 ਸੇਵਕਾਈਆਂ ਹਨ ਹਨਾ ਜੀ ਤੇ ਉਹਦੇ ਬਾਰੇ ਆਪਾਂ ਪਹਿਲਾਂ ਕਰ ਲਏ ਹੈਗੀ ਆ ਅਪੋਸਲ ਪ੍ਰੋਫਿਟ ਤੇ ਪਾਸਟਰ ਕਰ ਲਏ ਹੈਗੇ ਠੀਕ ਹੈ ਰਸੂਲ ਨਬੀ ਹਾਂ ਤੇ ਚਰਵਾਹਾ ਪਾਸਵਾ ਹਾਂਜੀ ਠੀਕ ਇਹ ਕਰ ਲਈਆਂ ਹੈਗੀਆਂ ਤਿੰਨ ਤੇ ਹੁਣ ਆਪਾਂ ਅਗਲੀ ਸਟੱਡੀ ਕਰਨੀ ਹੈ ਜੀ ਕਿਹੜੀ ਕਰਨੀ ਹੈ ਜੀ ਉਹ ਅੱਛਾ 5-fold ਮਿਨਿਸਟਰੀ ਦੇ ਵਿੱਚ 3 ਹੋ ਗਈਆਂ ਹਾਂਜੀ ਚਲੋ ਟੀਚਰ ਦੀ ਕਰ ਲਓ ਠੀਕ ਹੈ ਅੱਛਾ ਉਸਤਾਦ ਜੀ ਯਿਸੂ ਲਈ ਵਰਡ ਯੂਜ਼ ਹੋਇਆ ਸੀ ਆਈ ਰੱਬੀ ਹਾਂ ਹੈ ਹਾਂਜੀ ਸੋ ਇਹ ਉਹ ਖਾਦਮ ਹੈ ਹਾਲੇਲੂਇਆ ਜਿਹੜਾ ਕਲੀਸਿਆ ਨੂੰ ਦੇ ਮੈਂਬਰਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪ੍ਰਭੂ ਦੇ ਵਚਨ ਦੇ ਮੁਤਾਬਿਕ ਕਿੰਜ ਚੱਲਣਾ ਤਾਂ ਕਿ ਉਹ ਜਾਣ ਸਕਣ ਕਿ ਅਸਲ ਵਿੱਚ ਪਰਮੇਸ਼ਵਰ ਦੀ ਮਰਜ਼ੀ ਕੀ ਹੈ ਕਿਉਂਕਿ ਇਹ ਜਿਹੜੀ ਬਾਈਬਲ ਹੈ ਇਹ ਇੱਕ ਮੈਨੂਅਲ ਹੈ ਠੀਕ ਹੈ ਇੰਸਟਰਕਸ਼ਨਸ ਦੀ ਬੁੱਕ ਹੈਗੀ ਇੰਸਟਰਕਸ਼ਨ ਦੀ ਯਾਨੀ ਜਿਸ ਤਰ੍ਹਾਂ ਅਸੀਂ ਕੋਈ ਫਰਿੱਜ ਲੈ ਲੈਂਦੇ ਆ ਉਹਦੇ ਨਾਲ ਇੱਕ ਇੰਸਟਰਕਸ਼ਨ ਬੁੱਕ ਆ ਜਾਂਦੀ ਹੈ ਨਾ ਤੁਸੀਂ ਤੇ ਮਾਸਟਰ ਹੋ ਸਾਰੇ ਕੰਮਾਂ ਦੇ ਤੇ ਉਹਦੇ ਮਰਜ਼ੀ ਕੀ ਹੁੰਦਾ ਹੈ ਹਾਂਜੀ ਮੈਨੂਅਲ ਸਾਰਾ ਲਿਖਿਆ ਹੁੰਦਾ ਉਹਨੂੰ ਕਿਸ ਤਰ੍ਹਾਂ ਚਲਾਉਣਾ ਕੀ ਧਿਆਨ ਰੱਖਣਾ ਕੀ ਕਰਨਾ ਕੀ ਨਹੀਂ ਜੇ ਕੋਈ ਖਰਾਬੀ ਹੋ ਜਾਏ ਤਾਂ ਫਿਰ ਉਹਦਾ ਕੀ ਕਰਨਾ ਸਾਰਾ ਕੁਝ ਸਰਕਟ ਡਾਇਆਗ੍ਰਾਮ ਹੁੰਦੇ ਨੇ ਹਾਂ ਸੋ ਇਸ ਲਈ ਇਹ ਪ੍ਰਭੂ ਦਾ ਵਚਨ ਜਿਹੜਾ ਹੈ ਇਹ ਰੋਜ਼ ਇੱਕ ਮੋਮੈਂਟ ਦੇ ਲਈ ਜੋ ਸਾਡੀ ਜ਼ਿੰਦਗੀਆਂ 'ਚ ਹੁੰਦਾ ਹੈ ਨਾ ਉਹਦਾ ਸਾਰਾ ਇਲਾਜ ਇਹਦੇ ਦੱਸਿਆ ਬਿਲਕੁਲ ਜੀ ਠੀਕ ਹੈ ਔਰ ਇਹ ਯਿਸੂ ਕਹਿੰਦਾ ਨਾ ਯੂਹੰਨਾ 6:63 ਜਾਂ ਜੌਨ ਚੈਪਟਰ 6:63 ਉਹ ਮੇਰੀਆਂ ਗੱਲਾਂ ਉਹ ਯਿਸੂ ਦੀਆਂ ਕਿਹੜੀਆਂ ਗੱਲਾਂ ਨੇ ਇਹ 66 ਕਿਤਾਬਾਂ ਨੇ ਹੈ ਰੂਹ ਨੇ ਸੋ ਉਹ ਇਹਦੀ ਉਸਤਾਦ ਜਾਂ ਟੀਚਰ ਜਾਂ ਇਹਦੀ ਮਿਨਿਸਟਰੀ ਇਹ ਹੁੰਦੀ ਹੈ ਕਿ ਜਦੋਂ ਕਲੀਸਿਆ ਦੇ ਵਿੱਚ ਕੁਝ ਵਿਗੜੀ ਤਾਲੀਮਾਤ ਆਉਣ ਦੀ ਕਰਦੀਆਂ ਨੇ ਜਾਂ ਹੈਰਸੀਜ਼ ਆ ਜਾਂਦੀਆਂ ਨੇ ਬਿਦਤ ਬਿਦਾਤ ਆ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਦੁਨੀਆ ਦੇ ਵਿੱਚ ਕਿਧਰੇ ਕੁਝ ਲੋਕ ਕਰ ਰਹੇ ਨੇ ਤੇ ਯਿਸੂ ਦੀਆਂ ਭੇਡਾਂ ਨੇ ਵੇਖ ਕੇ ਤੇ ਉਹ ਹੀ ਪ੍ਰੈਕਟਿਸ ਸ਼ੁਰੂ ਕੀਤੀ ਹੈ ਤੇ ਇਹ ਉਸਤਾਦ ਇੱਕਦਮ ਇਹਨੂੰ ਅਲਾਰਮ ਹੋ ਜਾਂਦਾ ਹੈ ਔਰ ਇਹ ਕਹਿੰਦਾ ਭਾਈ ਕੀ ਕਰਨ ਦੇ ਹੋ ਯਾਨੀ ਕੁਰਾਏ ਪਾਉਣਾ ਜਾਂ ਡੀ ਟਰੈਕ ਹੋਣ ਤੋਂ ਉਹ ਕਹਿੰਦਾ ਪ੍ਰਭੂ ਦਾ ਵਚਨ ਇਹ ਦੱਸ ਰਿਹਾ ਠੀਕ ਹੈ ਨਾ ਕਿ ਇਸ ਲਈ ਤੇ ਉਹ ਚੂੰਕਿ ਇੱਕ ਗੱਲ ਯਾਦ ਰੱਖਣੀ ਹੈ ਕਿ ਸਾਡੀ ਖੁਦਾ ਕਰੇ ਸਾਰੇ ਮਿਨਿਸਟਰੀ 'ਚ ਹਰ ਇੱਕ ਨੂੰ ਖੁਦਾ ਨੇ ਕੁਛ ਨਾ ਕੁਛ ਦਿੱਤਾ ਹੈ ਲੇਕਿਨ ਜੇ ਸਾਡੀ ਮਿਨਿਸਟਰੀ ਦੀ ਬੁਨਿਆਦ ਇਸ ਪ੍ਰਭੂ ਦੇ ਵਚਨ ਉੱਤੇ ਨਹੀਂ ਹੋਏਗੀ ਤੇ ਅਸੀਂ ਕਿਸੇ ਟਾਈਮ ਫਿਸਲ ਸਕਦੇ ਹਾਂ ਅਸੀਂ ਕਿਸੇ ਟਾਈਮ ਉਸ ਪਹਾੜੀ ਤੋਂ ਸਲਾਈਡ ਹੋ ਸਕਦੇ ਹਾਂ ਕਿਉਂਕਿ ਵਚਨ ਤੇ ਜਿਨ੍ਹਾਂ ਦੀ ਬੁਨਿਆਦ ਹੁੰਦੀ ਹੈ ਉਹ ਕਦੀ ਨਹੀਂ ਡੋਲਦੇ ਖੁਦਾਵੰਦ ਯਿਸੂ ਮਸੀਹ ਨੇ ਵਜੀ ਉਹ ਕੀ ਰੇਤ ਤੇ ਇੱਕ ਰੌਕ ਚਟਾਨ ਦੀ ਮਿਸਾਲ ਕੀ ਦਿੱਤੀ ਸੀ ਜਦੋਂ ਤੂਫਾਨ ਆਉਂਦਾ ਹੈ ਹਾਂਜੀ ਤੇ ਹਾਂ ਯਿਸੂ ਮਸੀਹ ਉਦਾਹਰਨ ਦਿੰਦੇ ਨਾ ਜੀ ਵੀ ਇੱਕ ਜਣਾ ਘਰ ਬਣਾਉਂਦਾ ਹੈਗਾ ਆ ਰੇਤ ਦੇ ਉੱਪਰ ਤੇ ਇੱਕ ਘਰ ਬਣਾਉਂਦਾ ਹੈਗਾ ਚਟਾਨ ਦੇ ਉੱਪਰ ਹਾਂਜੀ ਹਾਂਜੀ ਤੇ ਜਿਹੜਾ ਰੇਤ ਤੇ ਘਰ ਬਣਾਉਂਦਾ ਹੈਗਾ ਉਹਦੀਆਂ ਨੀਹਾਂ ਥੱਲੇ ਜਦੋਂ ਕੋਈ ਤੂਫਾਨ ਆਉਂਦਾ ਉਹ ਰੇਤ ਹਟ ਜਾਂਦੀ ਆ ਹੜ੍ਹ ਆ ਗਿਆ ਤੇ ਉਹ ਜਿਹੜਾ ਘਰ ਹੈਗਾ ਡਿੱਗ ਪੈਂਦਾ ਹਾਂਜੀ ਤੇ ਜਿਹੜਾ ਚਟਾਨ ਤੇ ਘਰ ਬਣਾਉਂਦਾ ਆ ਤੇ ਉਹਦੇ ਮੂਹਰੇ ਕੋਈ ਵੀ ਤੂਫਾਨ ਆਵੇ ਉਹਦੀਆਂ ਨੀਹਾਂ ਮਜ਼ਬੂਤ ਆ ਔਰ ਉਹ ਸਖਤ ਚਟਾਨ ਤੇ ਖੜੀਆਂ ਆ ਹਾਲੇਲੂਇਆ ਤੇ ਨਾਲ ਜੁੜੀਆਂ ਆ ਤੇ ਉਹ ਫਿਰ ਘਰ ਨੂੰ ਕੁਝ ਨਹੀਂ ਹੁੰਦਾ ਸੋ ਇਸ ਲਈ ਇਹ ਪ੍ਰਭੂ ਦਾ ਵਚਨ ਤੇ ਜਦੋਂ ਅਸੀਂ ਕੋਈ ਵੀ ਮਿਨਿਸਟਰੀ ਉਹਦੀ ਬੁਨਿਆਦ ਇਹਦੇ ਉੱਤੇ ਰੱਖਾਂਗੇ ਤੇ ਕਾਇਮ ਰਹਾਂਗੇ ਸੋ ਕਹਿਣ ਦਾ ਮਤਲਬ ਇਹ ਵੀ ਟੀਚਰ ਜਿਹੜਾ ਹੈ ਉਹ ਇਸ ਕਲਾਮ ਦੇ ਮੁਤਲਕ ਕੋਈ ਮਸਲੇ ਮਸਾਇਲ ਹੁੰਦੇ ਨੇ ਨਾ ਕਲੀਸਿਆ ਵਿੱਚ ਵੀ ਜਾਂ ਦੁਨੀਆ ਜੋ ਕੁਝ ਚੱਲ ਰਿਹਾ ਹੁੰਦਾ ਹੈ ਉਹਦੀ ਸਾਰੀ ਉਹ ਮਸਲੇ ਉਹਨਾਂ ਕੋਲ ਲੈ ਆਉਂਦੇ ਨੇ
ਉਹ ਫਿਰ ਵਚਨ ਪੜ੍ਹ ਕੇ ਉਹਨੂੰ ਅਨਫੋਲਡ ਕਰਦੇ ਨੇ ਜਾਂ ਉਹਦੀ ਤਸ਼ਰੀਹ ਕਰਦੇ ਨੇ ਜਾਂ ਉਹਨੂੰ ਕੀ ਕਹ ਲਓ ਖੋਲ੍ਹਦੇ ਨੇ। ਹਾਂ, ਉਹਦੀ ਐਕਸਪਲੇਨੇਸ਼ਨ ਉਹਦੀ, ਹਾਂਜੀ, ਉਹਦੇ ਨਾਲ ਉੱਤੇ ਆਪਣੇ ਸਿਖਾਲਦੇ ਨੇ ਕਿ ਇਹਦਾ ਅਸਲੀ ਮਤਲਬ ਕੀ ਆ। ਹਾਂਜੀ, ਬੱਚੇ ਨੂੰ ਖੋਲ੍ਹਦੇ ਨੇ, ਸਮਝਾਉਂਦੇ ਨੇ। ਹਾਂਜੀ, ਸੋ ਇਹ ਨਹਿਮੀਆ ਜੀ 8 ਦੀ 5 ਤੋਂ 8 ਪਲੀਜ਼ ਇਹ ਪੜ੍ਹ ਦਈਏ ਕਿ ਇਹ ਇੱਕ 5 ਤੋਂ 8 ਨਹਿਮੀਆ ਚੈਪਟਰ 8 ਓਕੇ, ਵਰਸ 5 ਤੋਂ 8, ਠੀਕ ਹੈ। ਇਹ ਇੱਕ ਜਿਹੜੀ ਹੈ ਕਿ ਉਹ ਵਿਜ਼ਡਮ ਹਾਸਲ ਕਰਨ, ਜੋ ਕੋਈ ਦੁਨੀਆ ਚੱਲ ਰਿਹਾ ਹੈ ਇਹ ਬਾਈਬਲ ਜਿਹੜੀ ਹੈ ਨਾ, ਇਹ ਜੋ ਕੁਝ ਵੀ ਹੋ ਰਿਹਾ ਹੈ ਇਹਦੇ ਅੰਦਰ ਸਾਡੀ ਨੌਲੇਜ ਹੈ। ਤੇ ਇਹ ਇੱਕ ਉਸਤਾਦ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਇੰਜ ਚਰਚ ਡੋਲਦਾ ਨਾ, ਜਾਂ ਉਹ ਚੀਜ਼ਾਂ ਜਿਹੜੀਆਂ ਕਲਾਮ ਵਿੱਚ ਨਹੀਂ ਨੇ, ਵਚਨ ਵਿੱਚ ਨਹੀਂ ਨੇ, ਉਹ ਪ੍ਰੈਕਟਿਸ ਹੋਣ ਸ਼ੁਰੂ ਹੋ ਜਾਣ। ਸ਼ਾਇਦ ਇਮੋਸ਼ਨਲੀ ਵੀ ਹੋ ਸਕਦਾ ਲੇਕਿਨ ਇਹ ਦੱਸਦਾ ਬਈ ਸਿੱਧੇ ਹੋ ਜਾਓ, ਪਰਮੇਸ਼ਵਰ ਇਹ ਕਹਿ ਰਿਹਾ, ਪਵਿੱਤਰ ਆਤਮਾ ਦੀ ਇਹ ਯੋਜਨਾ ਹੈ। ਠੀਕ ਹੈ ਜੀ। ਹਾਂਜੀ, ਨਹਿਮੀਆ 8 ਦੀ 5 ਤੋਂ 8 ਵਿੱਚ ਇਸ ਤਰ੍ਹਾਂ ਲਿਖਿਆ ਹੈ, ਤਾਂ ਆਜ਼ਰਾ ਨੇ ਸਾਰੀ ਪਰਜਾ ਦੇ ਵੇਖਦਿਆਂ ਪੋਥੀ ਖੋਲ੍ਹੀ, ਕਿਉਂ ਜੋ ਉਹ ਸਾਰੀ ਪਰਜਾ ਤੋਂ ਉੱਚੀ ਥਾਂ 'ਤੇ ਸੀ, ਅਤੇ ਉਹਦੇ ਖੋਲ੍ਹਦਿਆਂ ਸਾਰ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ। ਹਾਲੇਲੂਇਆ। ਤਾਂ ਆਜ਼ਰਾ ਨੇ ਯਹੋਵਾ ਦੀ ਨੂੰ ਜਿਹੜਾ ਮਹਾਨ ਪਰਮੇਸ਼ਰ ਹੈ ਮੁਬਾਰਕ ਆਖਿਆ। ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ ਆਮੀਨ ਆਮੀਨ ਵਿੱਚ ਉੱਤਰ ਦਿੱਤਾ, ਅਤੇ ਯਹੋਵਾ ਅੱਗੇ ਧਰਤੀ ਤੱਕ ਸਿਰ ਨੂੰ ਝੁਕਾ ਕੇ ਮੱਥਾ ਟੇਕਿਆ। ਅਤੇ ਯੇਸ਼ਿਆ ਅਤੇ ਬਾਨੀ ਸਾਰੇ ਸਰੇਬਿਆ ਅਤੇ ਯਾਮੀਨ ਦੇ ਅਤੇ ਅਕੂਬ ਦੇ ਯਸ਼ਵੰਸ਼ ਯਵਥਈ ਅਤੇ ਹੋਦੀਆਈ ਅਤੇ ਅਮਸੀਆਲ ਅਤੇ ਕੁਛ ਨਾਂ ਲਿਖਿਓ ਨਾ, ਕਲੀਟਾ ਅਤੇ ਅਜਰਿਆ ਅਤੇ ਯੋਦਾਬਾਨ ਅਤੇ ਹਨਾਨ ਅਤੇ ਪਲਾਇਆ ਅਤੇ ਲੇਵੀਆਂ ਨੇ ਸਾਰਿਆਂ ਨੇ ਪਰਜਾ ਨੂੰ ਵਿਵਸਥਾ ਸਮਝਾਈ। ਵਿਵਸਥਾ ਸਮਝਾਈ, ਜਿਹੜੀ ਪੋਥੀ ਚੱਕੀ ਨਾ ਉਹਨੇ ਉਹਦੇ ਵਿੱਚ ਵਿਵਸਥਾ ਲਿਖੀ ਸੀ ਔਰ ਫਿਰ ਸਮਝਾਇਆ, ਵਿਵਸਥਾ ਸਮਝਾਈ, ਅਤੇ ਪਰਜਾ ਆਪਣੇ ਥਾਂ 'ਤੇ ਖੜੀ ਰਹੀ। ਅਤੇ ਉਹਨੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ। ਹਾਂਜੀ, ਅਤੇ ਇਸ ਪਾਠ ਨੂੰ ਉਹਨਾਂ ਨੇ ਸਮਝਾ ਦਿੱਤਾ। ਹਾਂਜੀ, ਸੋ ਇਹ ਇੱਕ ਜ਼ਿੰਮੇਵਾਰੀ ਹੈ ਉਸਤਾਦ ਦੀ ਖਿਦਮਤ। ਇਹ ਜਿਹੜਾ ਉਸਤਾਦ ਦੀ ਖਿਦਮਤ ਹੈ, ਟੀਚਰ ਦੀ ਖਿਦਮਤ ਤੇ ਇਹ ਪਾਸਟਰ ਦੀ ਖਿਦਮਤ, ਇਹ ਰਲਦੀ ਮਿਲਦੀ ਹੈ। ਠੀਕ ਹੈ, ਇਹ ਉਹਦੇ ਨਾਲ ਲਿੰਕਡ ਹੋ ਸਕਦੀ ਹੈ। ਕਿਹੜੀ? ਪਾਸਟਰ ਤੇ ਟੀਚਰ? ਪਾਸਟਰ ਤੇ ਟੀਚਰ, ਠੀਕ ਹੈ, ਇਹ ਉਹਦੇ ਨਾਲ ਮੁਨਸਲਿਕ ਜਾਂ ਮਤਲਬ ਅਟੈਚ ਹੁੰਦੀ ਹੈ। ਯਾਨੀ ਕਿ ਇੱਕ ਉਸਤਾਦ ਦਾ ਗੁਣ ਉਹ ਪਾਸਟਰ ਵਿੱਚ ਵੀ ਹੁੰਦੇ ਨੇ। ਠੀਕ ਹੈ, ਤੇ ਇਹ ਵੀ ਇੱਕ ਨੇਮੋ ਬਦਲ ਹੋ ਸਕਦਾ ਹੈ, ਜਾਂ ਉਹਨੂੰ ਕਹਿ ਲਓ ਕਿ ਤੁਸੀਂ ਰਿਪਲੇਸਮੈਂਟ ਵੀ ਹੈਗੀ ਹੈ ਪਾਸਟਰ ਦੀ, ਕਿਉਂਕਿ ਇਹਨਾਂ ਦੇ ਗੁਣ ਇਹ ਨੇ। ਦੇਖ ਲਓ, ਪਹਿਲਾਂ ਤਿਮੋਥੀ 3 ਦੀ 2 ਦੇਖ ਲਓ, ਤੇ ਇਹ ਪੜ੍ਹ ਦਿਓ ਜੀ। ਇਸ ਲਈ ਇਹ ਜਿਹੜਾ ਉਸਤਾਦ ਹੈ ਨਾ, ਕਿਉਂਕਿ ਮੇਨ ਮਸਲਾ ਹੀ ਕਲਾਮ ਦਾ ਅਨਫੋਲਡ ਕਰਨਾ। ਕਿਉਂਕਿ ਇੱਕ ਆਇਤ ਯਾਦ ਆ ਗਈ ਹੈ, ਜ਼ਬੂਰ 119 ਦੀ 130 ਹੈ 119 ਦੀ 130। ਹਾਂਜੀ, ਇਹ ਇਸ ਲਈ ਜ਼ਰੂਰੀ ਹੈ ਕਿ ਲੋਕਾਂ ਜਦੋਂ ਬਾਈਬਲ ਪੜ੍ਹਦੇ ਨੇ ਨਾ, ਲੋਕਾਂ ਨੂੰ ਸਮਝ ਨਹੀਂ ਆਉਂਦੀ, ਉਹ ਫਿਰ ਫੋਨ ਕਰਦੇ ਨੇ ਜਾਂ ਟੀਚਰਸ ਨੂੰ ਪੁੱਛਦੇ ਨੇ ਇਹ ਕੀ ਨੇ। ਉਹ ਫਿਰ ਸਹੀ ਬਾਈਬਲ ਦੇ ਇਹਨਾਂ ਨੂੰ ਅਰਥ ਦੱਸਦੇ ਨੇ ਜਾਂ ਉਹਦੇ ਮੀਨਿੰਗਸ ਦੱਸਦੇ ਨੇ, ਜਿਹੜੀ ਕਿ ਬਾਈਬਲ ਦੇ ਵਿੱਚੋਂ ਹਰ ਡਿਫਰੈਂਟ ਜਗ੍ਹਾ ਤੋਂ ਪ੍ਰੂਫ ਹੁੰਦੀ ਹੈ ਕਿ ਆਹ ਅਰਥ ਫਲਾਣੀ ਜਗ੍ਹਾ ਫਲਾਣੀ ਬੁੱਕ 'ਚ ਜੀ। ਪਲੀਜ਼ ਪੜ੍ਹ ਦਿਓ। ਹਾਂਜੀ, ਪਹਿਲਾ ਤਿਮੋਥੀ 3 ਦੀ 2 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ,
ਸੋ ਚਾਹੀਦਾ ਹੈ ਜੋ ਨਿਗਾਹਬਾਨ ਨਿਰਦੋਸ਼, ਇੱਕੋ ਹੀ ਪਤਨੀ ਦਾ ਪਤੀ, ਪਰਹੇਜ਼ਗਾਰ ਸੁਰਤ ਵਾਲਾ, ਨੇਕ ਚੱਲਣ, ਪਰਾਹੁਣਚਾਰਾ ਅਤੇ ਸਿੱਖਿਆ ਦੇ ਯੋਗ ਹੋ। ਅੱਛਾ, ਯਾਨੀ ਜਿਹੜੀ ਪਾਸਟਰ ਦੇ ਵਿੱਚ ਖੂਬੀਆਂ ਸਨ ਉਹ ਇਹ ਉਸਤਾਦ ਵਿੱਚ ਵੀ ਹੋਣੀਆਂ ਚਾਹੀਦੀਆਂ, ਇਹ ਮਤਲਬ ਕਹਿਣ ਦਾ। ਅੱਛਾ, ਜਦੋਂ ਇੱਕ ਟੀਚਰ ਉੱਤੇ ਮਸਾ ਹੁੰਦਾ ਹੈ ਤੇ ਉਹ ਇੱਕ ਬੜਾ ਅੱਛਾ ਪ੍ਰੀਚਰ ਵੀ ਹੁੰਦਾ ਹੈ, ਕਿਉਂਕਿ ਉਹਨੇ ਐਕਸਪੋਜ਼ਿਟਰੀ ਟੀਚਿੰਗ ਦੇਣੀ ਹੁੰਦੀ ਹੈ। ਯਾਨੀ ਮਤਲਬ ਕੀ ਹੋ ਗਿਆ ਕਿ ਉਹਨੇ ਆਪਣਾ ਤੇ ਘੱਟ ਉਹ ਵਚਨ ਨੂੰ ਜ਼ਿਆਦਾ ਖੋਲ੍ਹਦਾ ਹੈ। ਠੀਕ ਹੈ, ਅਕਸਰ ਇਹ ਹੁੰਦਾ ਹੈ ਕਿ ਅਸੀਂ ਵਚਨ ਪੜ੍ਹ ਕੇ ਵਚਨ ਤੇ ਉੱਥੇ ਹੀ ਰਹਿੰਦਾ, ਆਪਣੀਆਂ ਹੀ ਸ਼ੁਰੂ ਕਰ ਦਿੰਦੇ ਹਾਂ ਗੱਲਾਂ, ਆਪਣਾ ਬਿਆਨ। ਲੇਕਿਨ ਇਹ ਜਿਹੜੇ ਪਾਸਟਰ ਤੇ ਟੀਚਰ ਦੀ ਇਸ ਲਈ ਮੈਂ ਗੱਲ ਕਰ ਰਿਹਾ, ਇਹ ਮੁਨਸਲਿਕ ਨੇ ਜਾਂ ਅਟੈਚ ਨੇ, ਉਹ ਵਚਨ ਪੜ੍ਹ ਕੇ ਤੇ ਵਚਨ ਦੇ ਪਿੱਛੇ ਆਪ ਛੁਪ ਜਾਂਦੇ ਨੇ ਤੇ ਵਚਨ ਨੂੰ ਬਿਆਨ ਕਰਦੇ ਨੇ, ਐਕਸਪੋਜ਼ਿਟਰੀ। ਇਹ ਕਲਾਮ ਦੀ ਗੱਲ ਹੈ। ਔਰ ਇਹ ਇਸ ਲਈ ਇਹ ਪਾਸਟਰ ਤੇ ਉਸਤਾਦ ਦੀ ਇਹੀ ਹੁੰਦੀ ਹੈ ਕਿ ਉਹ ਬਸ ਇਸ ਕਿਸਮ ਦਾ ਉਹ ਚਾਰਾ ਦਿੰਦੇ ਨੇ, ਖੁਰਾਕ ਰੂਹਾਨੀ ਦਿੰਦੇ ਨੇ ਕਿ ਭੁੱਖੀਆਂ ਭੇਡਾਂ ਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਤੇ ਉਹਨਾਂ ਦੇ ਜ਼ਿਹਨ ਵਿੱਚ ਰੂਹਾਨੀ ਤੌਰ 'ਤੇ ਖੁਰਾਕ ਮਿਲਦੀ ਰਹੇ। ਮਤਲਬ ਹੈ ਇਸ ਤਰ੍ਹਾਂ ਦਾ। ਠੀਕ ਹੈ, ਠੀਕ ਹੈ। ਸੋ ਇਸ ਲਈ ਇਹ ਪਾਸਟਰ ਤੇ ਉਸਤਾਦ, ਇਸ ਲਈ ਇਹ ਥੋੜ੍ਹੇ ਜਿਹਾ ਆਪਸ ਵਿੱਚ ਲਿੰਕ ਕਰ ਜਾਂਦੇ ਨੇ। ਜੇ ਕਿਧਰੇ ਪਾਸਟਰ ਨਹੀਂ ਹੈ ਤੇ ਉਸਤਾਦ ਜਿਹੜਾ ਉਹਦੀ ਰਿਪਲੇਸਮੈਂਟ ਹੋ ਸਕਦੀ ਹੈ ਕਿ ਉਹ ਚਲਾਉਣ। ਠੀਕ ਹੈ, ਕਿਉਂਕਿ ਟੈਂਪਰੇਰੀ ਚਲਾਉਣ ਜਾਂ ਪਰਮਾਨੈਂਟਲੀ ਚਲਾਉਣ, ਮਤਲਬ ਇਹ ਕਿ ਡਿਪੈਂਡ ਕਰਦਾ ਹੈ, ਕਿਉਂਕਿ ਜਦੋਂ ਖਿਦਮਤ ਹੀ ਲਿੰਕਡ ਹੈ ਤੇ ਟੈਂਪਰੇਰੀ, ਕਿਉਂਕਿ ਅਨੋਇੰਟਿੰਗ ਜਿਹੜੀ ਹੈ ਨਾ, ਮਸਾ ਗੱਲ ਉਹਦੀ ਹੋ ਰਹੀ ਹੈ ਕਿ ਉਹ ਸੇਮ ਇਹਦੇ 'ਤੇ ਵੀ ਉਹੀ ਹੈ, ਉਹਦੇ 'ਤੇ ਵੀ ਉਹੀ ਹੈ। ਕਿਉਂਕਿ ਪਾਸਟਰ ਨੂੰ ਵੀ ਜਿਹੜੇ ਟੇਬਲ ਦੇ ਕੰਮ ਨੇ ਨਾ, ਇੱਕ ਗੱਲ ਯਾਦ ਰੱਖਿਓ, ਇਹ ਜਿਹੜੇ ਟੇਬਲ ਦੇ ਕੰਮ ਹੁੰਦੇ ਨੇ ਨਾ, ਉਹ ਡੀਕਨਸ ਕਰਦੇ ਨੇ। ਹੁਣ ਇਹ ਵੀ ਅੱਗੇ ਡੀਕਨਸ ਨੇ, ਅੱਗੇ ਐਲਡਰਸ ਨੇ, ਇਹ ਵੱਖਰੇ ਉਹ ਕਰਦੇ ਨੇ। ਅਰਲੀ ਚਰਚ 'ਚ ਜਿਹੜੇ ਰਸੂਲ ਸਨ, ਜਿਨ੍ਹਾਂ ਕੋਲ ਸਾਰੀ 5-fold ਮਿਨਿਸਟਰੀ ਵੀ ਸੀਗੀ, ਉਹ ਕੀ ਕਰਦੇ ਸਨ? ਉਹ ਕਹਿੰਦੇ ਸਨ, ਭਾਈ ਜੀ ਗੱਲ ਸੁਣੋ, ਇਹ ਟੇਬਲ ਦੇ ਕੰਮ, ਇਹ ਵਿਡੋਜ਼, ਇਹ ਸਾਰਿਆਂ ਦੇ ਤੁਸੀਂ ਕਰੋ, ਜੇ ਸਾਨੂੰ ਤੇ ਟਾਈਮ ਹੀ ਨਹੀਂ ਲੱਭਦਾ। ਅਸੀਂ ਮਤਲਬ ਉਹਨਾਂ ਦੀ ਖਾਣਾ ਪੀਣਾ ਹੋਰ ਜੋ ਕੁਝ ਅਰੇਂਜਮੈਂਟਸ ਟੇਬਲ ਦੇ ਕੰਮ, ਉਹ ਫਿਰ ਇਸ ਲਈ ਉਹ ਫਿਰ ਅਰੇਂਜਮੈਂਟ ਕਰਕੇ ਉਹ ਕੰਮ ਉੱਧਰ ਕਰਦੇ ਨੇ। ਉਹ ਦੁਆ ਕਰਕੇ ਖੁਦਾ ਕੋਲੋਂ ਤੇ ਪਵਿੱਤਰ ਆਤਮਾ ਕੋਲੋਂ ਹਦਾਇਤ ਲੈਂਦੇ ਨੇ। ਸੋ ਪਰਮਨੈਂਟ ਵੀ ਹੋ ਸਕਦਾ ਹੈ ਜੀ, ਲੇਕਿਨ ਵਚਨ ਲੋਕਾਂ ਨੂੰ ਦਿਓ, ਕਿਉਂਕਿ ਬੇਸ ਹੀ ਸਾਡੀ ਵਚਨ ਦੀ ਹੈ। ਦੇਖੋ ਮਰਕਸ 16 ਤੇ 20 'ਚ ਲਿਖਿਆ ਹੈ ਕਿ ਚੇਲਿਆਂ ਨੇ ਬਾਹਰ ਨਿਕਲ ਕੇ ਪ੍ਰਚਾਰ ਕੀਤਾ, ਪਰਮੇਸ਼ਵਰ ਉਹਨਾਂ ਦੇ ਨਾਲ ਹੋ ਕੇ ਚਮਤਕਾਰ ਯਾਨੀ ਮਿਰਕਲਸ ਤੇ ਵੰਡਰਸ, ਮੌਜਜ਼ਾਤ ਦੇ ਵਸੀਲੇ ਨਾਲ ਕਲਾਮ ਨੂੰ ਸਾਬਤ ਕਰਦਾ ਸੀ। ਸੋ ਬੇਸ ਸਾਡੀ ਕਲਾਮ ਹੈ। ਸੋ ਕਲਾਮ ਪੜ੍ਹਨਾ ਔਰ ਖਾਲੀ ਹੈਡ ਨੌਲੇਜ ਨਹੀਂ, ਇਹ ਸਾਡੇ ਅੰਦਰ ਖੁੱਲ੍ਹਣਾ ਚਾਹੀਦਾ ਹੈ, ਲੋਗੋਸ ਦੇ ਵਿੱਚ ਨਹੀਂ ਬਲਕਿ ਰਹਿਮਾ 'ਚ। ਇਹ ਤੁਸੀਂ ਇੱਕ ਵਰਸੀ 119 ਦੀ ਕੀ ਸੀ, ਇਹ ਕੀ 119 ਹਾਂ, ਇਹ ਪੜ੍ਹ ਦਿਓ। ਇਹ ਚੀਜ਼ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਜਿਹਦੇ ਕੋਲ ਵੀ ਇਹ ਖਿਦਮਤ ਹੈ ਕਲਾਮ ਦੀ, ਉਹ ਕਲਾਮ ਨੂੰ ਜਦੋਂ ਖੋਲ੍ਹਦੇ ਨੇ ਨਾ, ਉਹਦਾ ਕੀ ਹੁੰਦਾ ਹੈ, ਬਹੁਤ ਵੱਡਾ ਫਾਇਦਾ ਹੈ। ਇਹ ਮਲਾਕੀ 2 ਦੀ 7 ਆਇਤ ਸੀ, ਮਲਾਕੀ 2 ਦੀ 7 ਆਇਤ, ਉਹ ਵੀ ਨੋਟ ਕਰਕੇ ਇਹ ਦੋਏ ਪੜ੍ਹ ਦਿਓ। ਮਲਾਕੀ 2 ਦੀ 7 ਆਇਤ, 2 ਦੀ 7 ਜੀ, 2 ਦੀ 7 ਹੀ ਜੀ। ਇਹ ਦੋ ਇਸ ਦਾ ਇਸ ਲਈ ਕਿ ਇਹ ਕਲਾਮ ਦੇ ਲਈ ਜ਼ਾਹਿਰ ਹੈ ਅਸੀਂ ਵੀ ਉਸਤਾਦਾਂ ਕੋਲ ਪੜ੍ਹਨੇ ਆ, ਠੀਕ ਹੈ, ਲੇਕਿਨ ਬੜੇ ਸਵਾਲ ਹੋ ਸਕਦੇ ਨੇ।
ਕੋਲੋਂ ਹੀ ਮੈਂ ਪੜ੍ਹਨ ਡਿਆ, ਮੇਰੇ ਜ਼ਿਹਨ 'ਚ ਆ ਰਿਹਾ, ਕਿਉਂਕਿ ਮੈਨੂੰ ਵੀ ਲੋਕ ਪੁੱਛਦੇ ਨੇ ਜਾਂ ਅਸੀਂ ਵੀ ਸਵਾਲ ਕਰਦੇ ਸਾਂ, ਤੇ ਫਿਰ ਸਾਨੂੰ ਸਮਝ ਆਈ ਪਹਿਲੀ ਤੇ ਇਹ ਗੱਲ ਹੈ, ਠੀਕ ਹੈ। ਤੇ ਉਹ ਫਿਰ ਤੁਸੀਂ ਲਿਖ ਲਓ, ਪਹਿਲਾ ਯਹੋਨਾ, ਉਹਦੀ ਪਹਿਲਾ ਯਹੋਨਾ ਕੀ ਸੀ, 2:20 2:27 20 ਤੇ 27, ਹਾਂਜੀ, ਇਹਦੇ ਤੇ ਵੀ ਗੱਲਬਾਤ ਕਰ ਲੈਣਾ, ਠੀਕ ਹੈ ਜੀ, ਠੀਕ ਹੈ। ਹਾਂਜੀ। ਸੋ ਹਾਂ, ਕਿਉਂਕਿ ਇਹ 2 ਵਰਸਸ ਦੱਸੀਆਂ ਨੇ ਕਿ ਤੁਹਾਨੂੰ ਤੇ ਲੋੜ ਹੀ ਨਹੀਂ ਸਿੱਖਣ ਦੀ, ਉਹ ਦੈਟ ਇਜ਼ ਅਨਦਰ ਚੀਜ਼ ਜੀ। ਸੌਰੀ, ਆਪਾਂ ਕਰ ਲਾਂਗੇ। ਹਾਂ, ਪਹਿਲਾਂ ਆਪਾਂ ਪੜ੍ਹਦੇ ਹਾਂ ਜੀ। ਜੀ ਤੁਸੀਂ ਆਪਣੇ ਇੱਕ ਸਾਮਸ ਭਜਨ ਜ਼ਬੂਰ 119 ਦੀ 130 130, ਯਾਨੀ ਇਹ ਵਚਨ ਨੂੰ ਉਸਤਾਦ ਖੋਲ੍ਹਦਾ ਹੈ ਜੀ, ਪਲੀਜ਼। ਤੇ ਇਹਦੇ ਵਿੱਚ ਲਿਖਿਆ ਹੈਗਾ ਜੀ, ਤੇਰੇ ਵਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਤੇਰੇ ਵਚਨਾਂ ਦਾ ਖੋਲ੍ਹਣਾ, ਅਨਫੋਲਡ ਕਰਨਾ, ਚਾਨਣ ਤਸ਼ਰੀਹ ਕਰਨੀ। ਖੋਲ੍ਹਣਾ ਮਤਲਬ ਉਹਨੂੰ ਸਮਝਣਾ, ਹਾਂ, ਸਮਝਣਾ ਜਾਂ ਸਮਝਾਣਾ। ਸਮਝਣਾ ਕੀ ਕਰਦਾ? ਚਾਨਣ ਦਿੰਦਾ ਹੈ, ਉਹ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ। ਇਹ ਗੱਲ, ਇਸ ਲਈ ਇਹ ਸਮਝ ਰੂਹਾਨੀ ਤੌਰ ਤੇ ਵੀ ਵੈਸੇ ਵੀ ਹੈ, ਠੀਕ ਹੈ। ਹਾਂਜੀ, ਤੇ ਮਲਾਕੀ ਵੀ ਤਾਂ ਪੜ੍ਹਦੇ ਜੀ। ਹਾਂ, 2:7, ਹਾਂਜੀ, 2:7, ਉਹਦੇ ਵਿੱਚ ਲਿਖਿਆ ਹੈਗਾ, ਮਲਾਕੀ 2:7 ਵਿੱਚ ਲਿਖਿਆ ਹੈਗਾ, ਯਾਚਕ ਦੇ ਬੁੱਲ ਤਾਂ ਗਿਆਨ ਦੀ ਰਾਖੀ ਕਰਨ ਅਤੇ ਉਹਨਾਂ ਦੇ ਮੂੰਹ ਤੋਂ ਵਿਵਸਥਾ ਦੀ ਭਾਲਣ, ਕਿਉਂ ਜੋ ਉਹ ਸੈਨਾ ਦੇ ਯਹੋਵਾ ਦਾ ਦੂਤ ਹੈ। ਇਹਨੂੰ ਤੁਸੀਂ ਐਕਸਪਲੇਨ ਕਰੋ। ਅੱਛਾ, ਮੈਂ ਪੜ੍ਹਦਾ, ਉਰਦੂ ਵਾਲਾ ਵੀ ਪੜ੍ਹਦੇ, ਉਰਦੂ ਵਾਲਾ ਪੜ੍ਹ, ਫਿਰ ਤੁਸੀਂ ਇਹਨੂੰ ਪਲੀਜ਼ ਬਿਆਨ ਕਰ। ਅੱਛਾ ਜੀ, ਇਹ ਮਲਾਕੀ 2:7, ਮਲਾਕੀ 2:7 ਵਿੱਚ ਲਿਖਿਆ ਹੈ, ਉਰਦੂ 'ਚ ਹੀ ਪੜ੍ਹਾਂਗਾ ਮੈਂ। ਹਾਂ, ਠੀਕ ਹੈ ਜੀ। ਅੱਛਾ, ਕਿਉਂਕਿ ਲਾਜ਼ਮ ਹੈ, ਲਾਜ਼ਮ मीन्स ज़रूरी है कि काहिन के लब मार्फत को महफूज रखे, ਜਿਹੜੀ ਨੌਲੇਜ ਹੈਗੀ ਹੈ ਕਲਾਮ ਦੀ। ਨੌਲੇਜ ਇਟਸੈਲਫ ਬੜਾ ਵੱਡਾ ਮਜ਼ਮੂਨ ਹੈ, ਕਿਹਦਾ? ਟਰਾਈਊਨ ਗॉड, ਤ੍ਰਿਏਕ ਪਰਮੇਸ਼ਵਰ ਦੇ ਲਈ। ਕਿਉਂਕਿ ਲਾਜ਼ਮ ਹੈ ਕਿ ਕਾਹਿਨ ਕੇ ਲਬ, ਮੂੰਹ, ਮਾਰਫਤ ਯਾਨੀ ਨੌਲੇਜ ਨੂੰ ਮਹਿਫੂਜ਼ ਰੱਖਣ, ठीक है। और लोग उससे शरी मसाइल पूछे, यानी कि जो कोई दुनिया च हो रहा है वो पूछने जी ये बारे बाइबल की कह रही है, शरी मसाइल के ये बाइबल की कह रही है। लोग उसके मुंह से शरी मसाइल पूछें, भाई उन्होंने पूछो जवाब दे, क्योंकि वो रब्बुल फाज का रसूल है। एक पासे काहिन है, दूजे पासे रसूल है। इन्हों ते खोल दियो जी ये प्लीज। हाँ, किंग जेम्स ਵਿੱਚ ਲਿਖਿਆ ਹੈ ਜੀ। For the priest's lips should keep knowledge, ਵੀ ਕਹਿੰਦਾ ਜਿਹੜਾ ਪ੍ਰੀਸਟ ਹੈਗਾ, ਜਿਹੜਾ ਕਾਹਿਨ ਹੈ, ਜਾਜਕ ਹੈ, ਹਾਂਜੀ, ਉਹਦੇ ਮੂੰਹ ਦੇ ਵਿੱਚ, ਉਹਦੇ ਬੁੱਲਾਂ ਦੇ ਵਿੱਚ ਪਰਮੇਸ਼ਰ ਦਾ ਗਿਆਨ ਹੋਣਾ ਚਾਹੀਦਾ। ਹਾਂਜੀ, ਗਿਆਨ ਹੋਣਾ ਚਾਹੀਦਾ, ਗਿਆਨ, ਹਾਂਜੀ, ਸਮਝ ਹੋਣੀ ਚਾਹੀਦੀ। they should seek law at his mouth, ਦੇ ਕਿਹੜੇ ਨੇ ਲੋਕ? ਉਹ ਕਹਿੰਦੇ ਉਹਨਾਂ ਨੂੰ ਉਹਦੇ ਕੋਲੋਂ ਵਿਵਸਥਾ, ਪਰਮੇਸ਼ਰ ਦੇ ਗਿਆਨ ਸਿੱਖਣਾ ਚਾਹੀਦਾ। ਉਹ ਮਤਲਬ ਜਿਹੜੇ ਲੋਕ ਆ, ਲੋਕੀ ਉਹਦੇ ਕੋਲੋਂ ਪਰਮੇਸ਼ਰ ਦਾ ਗਿਆਨ, ਉਹਦੀ ਵਿਵਸਥਾ ਦਾ, ਹਾਂਜੀ, ਉਹਦੇ ਗਿਆਨ ਦੇ ਬਾਰੇ ਸਿੱਖਣ। ਹਾਂਜੀ, for he is the messenger of the Lord of hosts, ਕਿਉਂਕਿ ਜਿਹੜਾ ਕਾਹਿਨ ਹੈਗਾ ਉਹ ਇੱਕ ਰੱਬ ਦਾ ਰਸੂਲ ਹੈਗਾ ਆ, ਅਪੋਸਲ ਹੈਗਾ ਆ, ਪਰਮੇਸ਼ਰ ਤੋਂ ਮੈਸੇਜ ਲੈ ਕੇ ਦੱਸਦਾ ਹੈਗਾ। ਤੇ ਉਹ ਮਿਡਲਮੈਨ ਹੈ ਨਾ, ਮਿਡਲ ਪਰਸਨ, ਵਿਚੋਲਾ ਹੈਗਾ। ਔਰ ਆਪਾਂ ਇਹੀ ਗੱਲ ਆ ਗਈ, ਜਿਹੜਾ ਆਪਾਂ ਪੜ੍ਹ ਰਹੇ ਹੈਗੇ ਆ, ਆਪਣੇ ਟੀਚਰ, ਹਾਂਜੀ, ਟੀਚਰ ਦੇ ਲਈ ਇਹ ਵਚਨ, ਉਹ ਆਪਣਾ ਗਿਆਨ ਸਮਝ ਦੇਣਾ। ਤੁਸੀਂ ਪਾਸਟਰ ਦੇ ਲਈ ਵੀ ਉਹ ਹੈਗੀ, ਇਹ ਲੋਕ ਪਾਸਟਰਾਂ ਨੂੰ ਪੁੱਛਦੇ ਉਹ। ਸੋ ਇਸ ਲਈ ਇਹ ਖਿਦਮਤਾਂ ਦੋਏ ਇਕੱਠੀਆਂ ਚੱਲ ਰਹੀਆਂ। ਹਾਂਜੀ, ਤੇ ਦੂਸਰਾ ਤੁਸੀਂ ਕਹਿੰਦੇ ਸੀ ਕਿ ਜੀ ਪਹਿਲਾ ਯਹੋਨਾ 2:20 ਦੇ ਵਿੱਚ, ਹੈ ਨਾ, ਤੇ 27 ਦੇ ਵਿੱਚ। 27, ਅੱਛਾ, ਮੈਂ ਇੱਕ ਪੰਜਾਬੀ 'ਚ ਪੜ੍ਹਦਾ ਹਾਂ ਜੀ। ਅੱਛਾ ਜੀ, ਉਹਦੇ ਵਿੱਚ ਲਿਖਿਆ ਹੈ, ਪਹਿਲਾ ਯਹੋਨਾ 2:20 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਫਸਟ ਲਵ ਜੌਨ, ਹਾਂ, 2:20, ਉਸ ਵਿੱਚ ਲਿਖਿਆ ਹੈਗਾ, ਤੁਸੀਂ ਉਹਦੇ ਵਿੱਚੋਂ ਜਿਹੜਾ ਪਵਿੱਤਰ ਹੈ ਮਸਾ ਕੀਤੇ ਹੋਏ ਹੋ। ਤੁਸੀਂ ਉਹਦੇ ਵੱਲੋਂ ਜਿਹੜਾ ਪਵਿੱਤਰ ਹੈ। ਕਿਹੜਾ ਪਵਿੱਤਰ?
ਯਿਸੂ। ਹਾਲੇ ਦਾ ਅਨੋਇੰਟਡ ਵਨ। ਹਾਂਜੀ, ਤੁਸੀਂ ਉਹਦੀ ਵੱਲੋਂ ਜਿਹੜਾ ਪਵਿੱਤਰ ਹੈ ਮਸਾ ਕੀਤੇ ਹੋਏ ਹੋ ਤੇ ਸਭੋ ਕੁਝ ਜਾਣਦੇ ਹੋ। ਸਭ ਕੁਝ ਜਾਣਦੇ। ਹਾਂ ਹਾਂਜੀ, ਠੀਕ ਹੈ ਜੀ। ਤੇ ਇਹਨੂੰ ਫਿਰ ਥੋੜਾ ਫੇਰ ਕਿੰਗ ਜੇਮਸ ਦੇ ਵਿੱਚ ਵੀ ਥੋੜਾ ਪੜ੍ਹਦੇ ਹਾਂ। ਹਾਂਜੀ, ਬਹੁਤ ਅੱਛਾ। ਹਾਂਜੀ, ਬਹੁਤ ਅੱਛਾ। ਤੇ ਉਹਦੇ ਵਿੱਚ ਹੈਗਾ ਪਹਿਲਾ ਯਹੋਨਾ 2:20 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਫਸਟ ਜੌਨ 2:20, ਬਟ ਯੂ ਹੈਵ an unction from the Holy One and ye knows all things। ਹਾਂਜੀ, ਕਹਿੰਦਾ ਤੁਸੀਂ ਉਹਦੇ ਤੋਂ ਪਵਿੱਤਰ ਉਹਦੇ ਨਾਲ ਤੁਸੀਂ ਅਨੋਇੰਟਡ ਹੋ ਗਏ ਹੈ ਨਾ, ਮਸਾ ਕੀਤੇ ਹੋਏ ਹੋ ਗਏ ਆ, ਜਿਹੜਾ ਹੋਲੀ ਵਨ ਹੈ, ਜਿਹੜਾ ਪਵਿੱਤਰ ਹੈ ਉਹਦੇ ਵੱਲੋਂ। ਜੀ, ਤੇ 27 ਆਏ ਕੋਈ। ਹਾਂਜੀ, 27 ਦੇ ਵਿੱਚ ਅੱਗੇ ਇਸ ਤਰ੍ਹਾਂ ਲਿਖਿਆ ਹੈਗਾ, ਪਹਿਲਾ ਯਹੋਨਾ 2:27 ਦੇ ਵਿੱਚ, ਉਹ ਮਸਾ ਜੋ ਤੁਸਾਂ ਉਹਦੀ ਵੱਲੋਂ ਪਾਇਆ। ਹਾਂਜੀ, ਯਿਸੂ ਵੱਲੋਂ ਮਤਲਬ ਪਾਇਆ, ਉਹਦੇ ਉਹ ਮਸਾ ਜੋ ਤੁਸੀਂ ਉਹਦੇ ਵੱਲੋਂ ਪਾਇਆ ਸੋ ਤੁਹਾਡੇ ਉੱਤੇ ਕਾਇਮ ਰਹਿੰਦਾ ਹੈ। ਅਤੇ ਤੁਹਾਨੂੰ ਕੁਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ, ਸਗੋਂ ਜਿਵੇਂ ਉਸ ਦਾ ਮਸਾ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਤ ਹੈ, ਝੂਠ ਨਹੀਂ, ਅਤੇ ਜਿਵੇਂ ਉਹਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਸ ਵਿੱਚ ਕਾਇਮ ਰਹੋ। ਹਾਂਜੀ, ਤੇ ਹਾਂ ਇੱਥੇ ਹੈਗਾ ਵੀ ਆਪਾਂ ਦੇਖ ਲਿਆ ਹੈ ਨਾ ਜੀ, ਤੇ ਸਾਨੂੰ ਉਹਦੇ ਵੱਲੋਂ ਮਸਾ ਕੀਤਾ ਹੋਇਆ ਜੀ। ਹਾਂਜੀ ਹਾਂਜੀ, ਤੇ ਤੁਹਾਨੂੰ ਫਿਰ ਅੱਛਾ ਜੀ, ਇਹਦੇ ਵਿੱਚ ਜਿਹੜਾ ਇਹ ਕੀਤਾ ਹੈਗਾ, ਲਿਖਿਆ ਹੈਗਾ ਕਿ ਆਪਾਂ ਟੀਚਰ ਦੀ ਗੱਲ ਕਰ ਰਹੇ ਹੈਗਾ ਨਾ ਜੀ, ਇਹਦੇ ਵਿੱਚ ਲਿਖਿਆ ਹੈਗਾ ਤੁਹਾਨੂੰ ਕਿਸੇ ਹੋਰ ਕੋਲੋਂ ਸਿੱਖਿਆ ਲੈਣ ਦੀ ਲੋੜ ਨਹੀਂ। ਹਾਂਜੀ, ਤੇ ਫਿਰ ਇਹਦਾ ਮਤਲਬ ਕਈ ਵਾਰੀ ਕੋਈ ਇਸ ਤਰ੍ਹਾਂ ਵੀ ਕਹਿ ਸਕਦਾ ਜੀ, ਮੈਨੂੰ ਬਾਈਬਲ ਸਟੱਡੀਆਂ ਦੀ ਜਾਂ ਹੋਰ ਕਿਸੇ ਕੋਲੋਂ ਟੀਚਰ ਦੀ ਲੋੜ ਨਹੀਂ, ਮੈਂ ਸਿੱਧਾ ਪਰਮੇਸ਼ਰ ਤੋਂ ਸਿੱਖਾਂਗਾ, ਪਵਿੱਤਰ ਆਤਮਾ ਤੋਂ ਸਿੱਖਾਂਗਾ। ਤੇ ਜੇ ਇਕੱਲਾ ਇੱਥੇ ਹੀ ਇੱਦਾਂ ਹੀ ਨਹੀਂ, ਤੇ ਫਿਰ ਜਿਹੜੇ ਚੇਲਿਆਂ ਦੇ ਕਰਤੱਵ ਦੇ ਵਿੱਚ ਜਿਹੜੇ ਚੇਲੇ ਸੀਗੇ ਜੀ, ਉਹ ਕਲੀਸਿਆ ਨੂੰ ਸਿੱਖਿਆ ਦਿੰਦੇ ਸੀਗੇ। ਉਹ ਕਲੀਸਿਆ ਵੀ ਕਹਿ ਸਕਦੀ ਸੀ ਆਹ ਸਾਨੂੰ ਲੋੜ ਨਹੀਂ। ਹਾਂਜੀ, ਇਹ ਬੜਾ ਅੱਛਾ ਬਿਆਨ ਕਰ ਰਹੇ ਹੋ, ਕੈਰੀ ਔਨ। ਹਾਂਜੀ, ਤੇ ਉਹ ਰੈਫਰੈਂਸ ਇਹ ਵੇ ਚੇਲਿਆਂ ਦੇ ਕਰਤੱਵ ਦਾ ਬੁੱਕ ਆਫ ਐਕਟਸ ਅਮਾਲ 2:42। ਹਾਂ, ਉਹਦੇ ਵਿੱਚ ਉਹ ਜਿਹੜੇ ਚਾਰ ਆਪਣੇ ਜਿਹੜੇ ਸਤੰਭ ਹੈਗੇ ਆ, ਪਿਲਰ ਜਿਹੜੇ ਹੈ ਨਾ, ਥੰਮ ਜਿਹੜੇ ਹੈਗੇ ਆ ਮਸੀਹੀ ਤਾਲੀਮ, ਹਾਂਜੀ, ਵਿਸ਼ਵਾਸ ਦੇ, ਉਹਦੇ ਵਿੱਚ ਸੀਗਾ ਵੀ ਇਕੱਠੇ ਹੋਣਾ ਜੀ, ਫੈਲੋਸ਼ਿਪ ਹੋਣਾ। ਹਾਂਜੀ, ਫਿਰ ਹੋਲੀ ਕਮਿਊਨੀਅਨ ਲੈਣਾ। ਹਾਂਜੀ, ਪ੍ਰੇਅਰ ਕਰਨਾ। ਤੇ ਫਿਰ ਚੌਥਾ ਸੀਗਾ ਤਾਲੀਮ ਲੈਣਾ। ਤਾਲੀਮ ਅਪੋਸਟਲਸ ਤੋਂ, ਉਹਨਾਂ ਤੋਂ, ਚੇਲਿਆਂ ਤੋਂ, ਜਿਹੜੇ ਯਿਸੂ ਦੇ ਚੇਲੇ ਆ ਉਹਨਾਂ ਤੋਂ ਚਰਚ ਤਾਲੀਮ ਲੈਂਦਾ ਸੀਗਾ। ਤੇ ਉਹ ਵੀ ਕਹਿ ਸਕਦੇ ਸੀਗੇ ਵੀ ਸਾਡੇ ਕੋਲ ਵੀ ਪਵਿੱਤਰ ਆਤਮਾ ਹੈਗਾ ਆ, ਤੁਹਾਡੇ ਕੋਲ ਵੀ ਹੈਗਾ ਪਵਿੱਤਰ ਆਤਮਾ, ਹੁਣ ਸਾਨੂੰ ਵੀ ਮਿਲ ਗਿਆ, ਅਸੀਂ ਸਿੱਧੀ ਰੱਬ ਤੋਂ ਲਵਾਂਗੇ। ਤੇ ਇਹ ਜਿਹੜੇ ਤੁਸੀਂ 5-fold ਮਿਨਿਸਟਰੀ ਹੈ, ਹਾਂਜੀ, ਇਹਦੇ ਵਿੱਚ ਫਿਰ ਉਸਤਾਦ ਦੀ ਵੀ ਖਿਦਮਤ ਦੱਸੀ ਗਈ ਹੈ ਨਾ। ਹਾਂ, ਉਸਤਾਦ ਕਾਹਦੇ ਲਈ? ਤਾਂ ਕਿ ਮਜ਼ੀਦ ਤੁਹਾਨੂੰ ਪਵਿੱਤਰ ਦੇਖੋ ਜੀ, ਹੁਣ ਮਸਾ ਜਿਹੜਾ ਹੈ, ਅਭਿਸ਼ੇਕ ਨੂੰ ਆਪਰੇਟ ਹੋਣ ਲਈ ਕੋਈ ਸਰੀਰ ਦੀ ਲੋੜ ਹੈ, ਕੋਈ ਜਿਸਮ ਚਾਹੀਦਾ ਨਾ। ਹਾਂਜੀ, ਤੇ ਜਿਸ ਤਰ੍ਹਾਂ ਪਾਣੀ ਹੈ, ਪਾਣੀ ਨੂੰ ਕਿਸੇ ਜਗ੍ਹਾ ਖੜਨਾ ਹੈ ਤੇ ਕੋਈ ਪਾਈਪ ਚਾਹੀਦਾ। ਸੋ ਇਸੇ ਤਰੀਕੇ ਨਾਲ ਖੁਦਾ ਨੇ, ਪਰਮੇਸ਼ਵਰ ਨੇ ਅਲੱਗ-ਅਲੱਗ ਲੋਕ, ਪਹਿਲਾ ਕਰੰਥੀਆਂ 12:28 ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਨੇ ਕਲੀਸਿਆ ਵਿੱਚ ਅਲੱਗ-ਅਲੱਗ ਲੋਕ ਮੁਕਰਰ ਕੀਤੇ ਨੇ ਜਾਂ ਮਿਨਿਸਟਰੀਜ਼ ਮੁਕਰਰ ਕੀਤੀਆਂ ਨੇ। ਠੀਕ ਹੈ, ਹੁਣ ਪਾਣੀ ਦਾ ਪਾਈਪ ਵੀ ਹੈ, ਉਧਰ ਗੈਸ ਦਾ ਵੀ ਪਾਈਪ ਹੈ। ਠੀਕ ਹੈ, ਤੇ ਅਲੱਗ ਨੇ। ਸੋ ਲਿਹਾਜ਼ਾ ਉਹ ਮਸਾ ਤੇ ਉਹੀ ਹੈ, ਉਹ ਆਪਰੇਟ ਕਰਨ ਦੇ ਲਈ ਇਹ ਖਿਦਮਾਤ ਨੇ ਜਿਹੜੀਆਂ ਕਿ ਖੁਦਾ ਉਹਨਾਂ ਵਿੱਚੋਂ ਦੱਸਦਾ। ਹੁਣ ਇੱਕ ਨਬੀ ਹੈ, ਉਹਦੀ ਮਿਨਿਸਟਰੀ ਲਈ ਉਹ ਹੁਣ ਉਹ ਨਹੀਂ ਕਰ ਰਿਹਾ। ਸੋ ਲਿਹਾਜ਼ਾ ਇੱਕ ਅਨੋਇੰਟਿੰਗ ਤੇ ਹੈ, ਅਭਿਸ਼ੇਕ ਤੇ ਕਰ ਦਿੱਤੇ ਗਏ ਆ। ਫਿਰ ਖੁਦਾ ਨੇ ਕਲੀਸਿਆ 'ਚ ਅਲੱਗ-ਅਲੱਗ ਸ਼ਖਸ ਜਾਂ ਮਿਨਿਸਟਰੀਜ਼, ਇਹ ਜਿਹੜੀਆਂ ਇਫਸੀਆਂ 4 ਦੇ ਵਿੱਚ, ਉਹ ਫਿਰ ਅੱਗੇ ਮਜ਼ੀਦ ਦੱਸਦੇ ਨੇ। ਜਿਸ ਤਰ੍ਹਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਉਹ ਰਸੂਲਾਂ ਕੋਲ ਜਾਂਦੇ ਸਨ, ਕਿਉਂਕਿ ਰਸੂਲਾਂ ਕੋਲ 5-fold ਮਿਨਿਸਟਰੀ, ਜਿਸ ਤਰ੍ਹਾਂ ਇਸ ਤਰ੍ਹਾਂ ਆਪਾਂ ਹੱਦ ਦੇਖਿਆ ਸੀ, ਰਸੂਲ
ਨਬੀ ਇਹ ਲੰਮੀ ਉਂਗਲ ਹੋ ਗਈ, ਐਵੈਂਜਲਿਸਟ ਹੋ ਗਿਆ, ਅੰਗੇਜਮੈਂਟ ਜਾਂ ਸ਼ਾਦੀ ਦੀ ਰਿੰਗ, ਪਾਸਟਰ ਹੋ ਗਿਆ ਤੇ ਇਹ ਟੀਚਰ ਹੋ ਗਿਆ। ਹਾਂਜੀ, ਠੀਕ ਹੈ। ਸੋ ਲਿਹਾਜ਼ਾ ਇਹ ਅਸੀਂ ਟੀਚਿੰਗ ਦੀ ਗੱਲ ਕਰ ਰਹੇ ਹਾਂ ਤੇ ਇਹ ਹੀ ਹੈ, ਜਦੋਂ ਕੋਈ ਮੈਲ ਛਲ ਆ ਜਾਂਦੀ ਹੈ ਤੇ ਕੰਨਾਂ ਵਿੱਚੋਂ ਜਾਂ ਕਲੀਸਿਆ ਨੂੰ ਨਸੀਹਤ ਕਰਨ ਲਈ, ਗਾਈਡੈਂਸ ਲਈ ਇਹ ਲੋਕ ਹੁੰਦੇ ਨੇ ਜਿਹੜੇ ਦੱਸਦੇ ਨੇ। ਇਸ ਲਈ ਕਲੀਸਿਆ ਦੇ ਵਿੱਚ ਇਹ 5-fold ਮਿਨਿਸਟਰੀ ਜਿਸ ਕਲੀਸਿਆ ਵਿੱਚ ਹੋਏਗੀ ਉਹ ਅੱਛਾ ਕੰਮ ਕਰ ਸਕਦੇ ਨੇ, ਕਿਉਂਕਿ ਇੱਕ ਵਾਰੀ ਇਫਸੀਆਂ 4 ਦੀ 11 ਤੋਂ 13 ਆਇਤ ਪੜ੍ਹ ਦਿਓ, ਕਿਉਂ ਜ਼ਰੂਰੀ ਹੈ। ਇਫਸੀਆਂ 4 ਦੀ 11 ਤੋਂ 13, 11 ਦੇ ਵਿੱਚ ਤੇ 5-fold ਮਿਨਿਸਟਰੀ ਹੈ, 12 ਤੇ 13 ਦੇ ਵਿੱਚ 2-3 ਚੀਜ਼ਾਂ ਬਹੁਤ ਜ਼ਰੂਰੀ ਨੇ। ਅੱਛਾ, ਜਿਹੜਾ ਮੈਂ ਥੋੜਾ ਜਿਹਾ ਹੋਰ ਕਲੀਅਰ ਕਰਨਾ ਚਾਹੁੰਦਾ ਸੀਗਾ ਜੀ ਜੀ। ਤੇ ਉਹ ਜਿਹੜੇ ਕੋਈ ਇਸ ਤਰ੍ਹਾਂ ਕਹਿ ਸਕਦਾ ਹੈ ਜੀ ਵੀ ਮੈਨੂੰ ਲੋੜ ਨਹੀਂ ਹੈਗੀ, ਮਤਲਬ ਇੱਥੇ ਲਿਖਿਆ ਹੈਗਾ ਸਾਨੂੰ ਸਿੱਖਿਆ ਲੈਣ ਦੀ ਕਿਤੇ ਲੋੜ ਨਹੀਂ ਹੈਗੀ, ਤੁਸੀਂ ਸਾਨੂੰ ਸਾਰਾ ਕੁਝ ਪਤਾ ਆ। ਹਾਂਜੀ, ਜਿੱਦਾਂ ਮੈਂ ਪੜ੍ਹਿਆ ਨਾ, ਤੇ ਮੈਂ ਗੱਲ ਕਰ ਰਿਹਾ ਹੈਗਾ ਜੀ ਪਹਿਲਾ ਯੋਹੰਨਾ 2:27 ਦੇ ਵਿੱਚ ਹੈ ਨਾ। ਹਾਂਜੀ, ਮਸਾ ਤੁਸੀਂ ਉਹ ਮਸਾ ਜੋ ਤੁਹਾਨੂੰ ਜੋ ਉਹ ਮਸਾ ਜੋ ਤੁਸਾਂ ਉਹਨਾਂ ਦੀ ਵੱਲੋਂ ਪਾਇਆ ਹੈ, ਜੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ, ਤੁਹਾਨੂੰ ਕੋਈ ਲੋੜ ਨਹੀਂ ਕੋਈ ਕਿ ਤੁਹਾਨੂੰ ਸਿੱਖਿਆ ਦੇਵੇ, ਸਗੋਂ ਜਿਵੇਂ ਉਹਨਾਂ ਦਾ ਮਸਾ ਤੁਹਾਨੂੰ ਸਭ ਗੱਲਾਂ ਦੇ ਵੇਖੇ ਸਿੱਖਿਆ ਦਿੰਦਾ ਹੈ। ਉਹ ਕਹਿ ਸਕਦਾ ਜੀ ਮੈਨੂੰ ਅਸੀਂ ਆਪੇ ਪਵਿੱਤਰ ਆਤਮਾ ਦੇ ਜ਼ਰੀਏ ਸਿੱਖ ਲਾਂਗੇ, ਸਾਨੂੰ ਸਟੱਡੀਆਂ ਦੀ ਲੋੜ ਨਹੀਂ, ਕੋਈ ਇਸ ਤਰ੍ਹਾਂ ਵੀ ਸੋਚ ਸਕਦਾ ਹੈ। ਦੇਖੋ ਬਹੁਤ ਹੀ ਅੱਛਾ। ਹੁਣ ਗਲਤੀਆਂ ਦੇ ਖਾਤੇ 'ਚ ਅਸੀਂ ਦੇਖਿਆ ਹੈ ਕਿ ਪਾਲੂਸ ਰਸੂਲ ਜਿਹੜਾ ਸੀ, ਉਹ ਵੈਸੇ ਤੇ ਉਹ ਗਮਲੀਏਲ ਦੇ ਚਰਨਾਂ 'ਚ ਵੀ ਉਹਨੇ ਤਾਲੀਮ ਪਾਈ ਸੀ ਨਾ, ਤੇ ਲੇਕਿਨ ਉਹ ਅਰਬ ਦੇ ਮੁਲਕ ਵਿੱਚ ਚਲਾ ਗਿਆ, ਕਿਤੇ ਸਾਊਦੀ ਅਰੇਬੀਆ ਵਗੈਰਾ, ਉੱਥੇ ਗਿਆ ਤੇ ਉੱਥੇ ਕਹਿੰਦਾ 3 ਸਾਲ ਰਿਹਾ, ਔਰ 3 ਸਾਲ ਉਹਨੇ ਯਿਸੂ ਕੋਲੋਂ ਤਾਲੀਮ ਪਾਈ। ਠੀਕ ਹੈ, ਗਲੇਸ਼ੀਅਨ ਹੈ ਨਾ। ਤੇ ਉਹ ਦੇਖੋ ਉਹਦੇ 'ਚ ਕੀ ਕਹਿੰਦਾ ਹੈ ਕਿ 17ਵੀਂ ਆਇਤ ਦੇਖ ਲਓ, ਗਲਤੀਆਂ 1 ਦੀ, ਗਲੇਸ਼ੀਅਨ ਚੈਪਟਰ 1 ਵਰਸ 17 ਦੇ ਵਿੱਚ ਵੇਖੋ। ਹਾਂਜੀ, 17, 18, 19 ਆਇਤ ਤੱਕ। ਹਾਂ, ਇਹਦੇ ਵਿੱਚ ਲਿਖਿਆ ਹੈਗਾ, ਵਰਸ ਕਲੀਅਰ ਕਰ ਦੇਣਾ। ਹਾਂ, ਗਲਤੀਆਂ ਪਹਿਲੇ ਦੀ 17 ਤੋਂ 19। ਹਾਂਜੀ, ਇਹਦੇ ਵਿੱਚ ਲਿਖਿਆ ਹੈਗਾ, ਨਾ ਯਰੂਸ਼ਲਮ ਨੂੰ ਉਹਨਾਂ ਕੋਲ ਗਿਆ, ਯਾਨੀ ਹੋਰ ਰਸੂਲ ਸਨ ਜਿਹੜੇ। ਹਾਂ, ਨਾ ਯਰੂਸ਼ਲਮ ਨੂੰ ਉਹਨਾਂ ਕੋਲ ਗਿਆ, ਮਤਲਬ ਕਹਿੰਦਾ ਮੈਂ ਯਰੂਸ਼ਲਮ ਵੀ ਉਹਨਾਂ ਰਸੂਲਾਂ ਦੇ ਕੋਲ ਨਹੀਂ ਗਿਆ ਜਿਹੜੇ ਮੈਥੋਂ ਪਹਿਲਾਂ ਰਸੂਲ ਬਣਨੇ ਸਨ, ਸਗੋਂ ਮੈਂ ਅਰਬ ਨੂੰ ਚਲਿਆ ਗਿਆ ਅਤੇ ਫਿਰ ਦਮਸ਼ਕ ਨੂੰ ਮੁੜ ਆਇਆ। ਤਦ 3 ਵਰ੍ਹਿਆਂ ਦੇ ਪਿੱਛੋਂ 3 ਸਾਲ ਹਾਂ ਸੈਮਨਰੀ ਉੱਥੇ ਹੋ ਰਹੀ ਸੀ। ਹਾਂਜੀ, 3 ਵਰ੍ਹਿਆਂ ਦੇ ਪਿੱਛੋਂ ਕੈਫਾਸ ਦੇ ਦਰਸ਼ਨ ਕਰਨ ਲਈ ਮੈਂ ਯਰੂਸ਼ਲਮ ਨੂੰ ਗਿਆ ਅਤੇ ਉਹਨਾਂ ਦੇ ਕੋਲ 15 ਦਿਨ ਰਿਹਾ। ਹਾਂਜੀ, ਪਰ ਪ੍ਰਭੂ ਦੇ ਭਰਾ ਯਾਕੂਬ ਤੋਂ ਬਿਨਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਾ ਡਿਠਾ। ਠੀਕ ਹੈ, ਸੋ ਇਹ ਗੱਲ ਠੀਕ ਹੈ। ਇਹ ਵੀ ਇੱਕ ਹੈ, ਯਸਾਇਆ 54:13 ਦੇਖ ਲੈਣਾ, ਅਜ਼ਾਇਆ 54:13। ਸੋ ਪਾਕ ਰੂਹ ਜ਼ਰੂਰ ਯੂਜ਼ ਕਰਦਾ ਹੈ ਕਿ ਉਸ ਖਿਦਮਤ ਦੇ ਲਈ ਲੋਕ ਵੀ ਤੇ ਉਹਨੇ ਤਿਆਰ ਕੀਤੇ ਹੁੰਦੇ ਨੇ, ਕੋਈ ਨਾ ਕੋਈ ਤੇ ਜ਼ਰੀਆ ਹੁੰਦਾ ਹੈ ਨਾ। ਇਸ ਲਈ ਪਾਲੂਸ ਰਸੂਲ ਵੀ ਇਹ ਕਹਿੰਦਾ ਹੈ, ਪਹਿਲਾ ਕਰੰਥੀਆਂ 11:23, ਇਹ ਗੱਲ ਮੈਨੂੰ ਪਰਮੇਸ਼ਵਰ ਤੋਂ ਪਹੁੰਚੀ ਡਾਇਰੈਕਟ, ਮੈਂ ਤੁਹਾਨੂੰ ਪਹੁੰਚਾ ਦਿੱਤੀ। ਹਾਂਜੀ, ਬਿਲਕੁਲ। ਹਾਂ, ਸੋ ਇਹ ਦੇਖੋ ਅਜ਼ਾਇਆ 54 ਅਸਲ ਵਿੱਚ ਗੱਲ ਕੀ ਹੈ? ਜਵਾਬ ਇਹ ਵੇ ਕਿ ਖੁਦਾ ਦਾ ਪਾਕ ਰੂਹ ਜ਼ਰੂਰ ਕੋਈ ਤਿਆਰ ਕਰਦਾ ਹੈ ਜਿਹਦੇ ਵਸੀਲੇ ਨਾਲ ਅਸੀਂ ਸਮਝ ਸਕੀਏ। ਉਂਝ ਵੀ ਸਾਨੂੰ ਅੰਦਰੋਂ ਵੀ ਉਹ ਮਸਾ ਜਿਹੜਾ ਹੈ ਉਹ ਸਿਖਾਉਂਦਾ ਰਹਿੰਦਾ ਹੈ, ਲੇਕਿਨ ਫਿਰ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਕਿ ਇਸੇ ਮਿਨਿਸਟਰੀ ਦੇ ਲੋਕ ਸਾਨੂੰ ਕੁਝ ਹੋਰ ਪ੍ਰੋਟੋਕੋਲ ਜਾਂ ਉਹਦੇ ਆਦਾਬ ਜਾਂ ਦੱਸਣ ਕਿ ਕਿਸ ਤਰੀਕੇ ਨਾਲ ਅਸੀਂ ਹੋਰ ਪੋਲਿਸ਼ ਹੁੰਦੇ ਹਾਂ। ਸੋ ਇੱਥੇ ਦੇਖ ਲਓ ਕੀ ਹੈ ਜੀ, ਸੌਰੀ, ਹਾਂਜੀ, ਯਸਾਇਆ 54:13 ਵਿੱਚ ਲਿਖਿਆ ਹੈਗਾ, ਅਤੇ ਮੇਰੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ।
ਅਤੇ ਮੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ। ਸੋ ਉਹ ਪਰਮੇਸ਼ਰ ਕਿੱਦਾਂ ਸਿਖਾਊਗਾ। ਹਾਂਜੀ, ਦੇਖੋ ਖੁਦਾਵੰਦ ਯਿਸੂ ਮਸੀਹ ਜਦੋਂ ਦੇਹ ਧਾਰ ਕੇ ਆ ਗਿਆ, ਸ਼ਬਦ ਨੇ ਦੇਹ ਧਾਰਿਆ। ਯਸਾਇਆ 50 ਇੱਥੇ ਨੇੜੇ ਹੀ ਹੋ, ਉਹਦੀ 4 ਤੇ 5ਵੀਂ ਆਇਤ ਦੇਖੋ ਕਿ ਪਾਕ ਰੂਹ, ਕਿਉਂਕਿ ਖੁਦਾਵੰਦ ਯਿਸੂ ਮਸੀਹ ਨੇ ਜਦੋਂ ਦੇਹ ਧਾਰ ਲਿਆ, ਯਾਨੀ ਜਿਸਮ ਮੁਜੱਸਮ ਹੋ ਕੇ ਆਇਆ, ਤੇ ਉਹ ਤੇ ਖੁਦ ਹੀ ਕਲਾਮ ਹੈ ਨਾ, ਵਚਨ ਹੈ, ਵਚਨ ਦੇਹ ਧਾਰੀ ਹੋਇਆ ਨਾ, ਸ਼ਬਦ ਹਾਂਜੀ ਦੇਹ ਧਾਰੀ ਹੋਇਆ। ਸੰਤ ਯਹੋਨਾ ਉਹਦੀ ਪਹਿਲੇ ਪਾਰਟ ਦੀ ਪਹਿਲੀ 3 ਆਇਤਾਂ ਤੇ ਫਿਰ 14 ਆਇਤ। ਅੱਛਾ, ਤੇ ਉਹਨੂੰ ਵੀ ਲੋੜ ਸੀ ਤੇ ਪਵਿੱਤਰ ਆਤਮਾ ਨੇ ਉਹਨੂੰ ਵੀ ਸਿਖਾਇਆ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਵੀ ਹੁੰਦਾ ਪਲੱਸ ਖੁਦਾ ਨੇ ਇਹ ਵੀ ਇੱਕ ਇੰਤਜ਼ਾਮ ਕੀਤਾ ਹੈ। ਠੀਕ ਹੈ, ਕਿਉਂਕਿ ਅਨਾਇੰਟਿੰਗ ਨੂੰ ਆਪਰੇਟ ਕਰਨ ਲਈ ਲੋਕ ਵੀ ਉਹਨੇ ਕੀਤੇ ਹੁੰਦੇ ਨੇ। ਇੱਥੇ ਦੇਖੋ ਖੁਦਾਵੰਦ ਯਿਸੂ ਮਸੀਹ ਨੂੰ ਵੀ ਪਵਿੱਤਰ ਆਤਮਾ ਕੀ ਯਿਸੂ ਦੇ ਬਿਆਨ ਨੇ, ਜਿਹੜੀ 54 ਦੀ 13 ਪੜ੍ਹੀ ਹੈਗੀ ਨਾ, ਉਹਦੇ ਵਿੱਚ ਲਿਖਿਆ ਮੇਰੇ ਸਾਰੇ ਪੁੱਤਰ। ਹਾਲੇਲੂਇਆ। ਉਹਨੇ ਲਿਖਿਆ ਮੇਰਾ ਪੁੱਤਰ ਨਹੀਂ ਹੈਗਾ, ਮੇਰੇ ਪੁੱਤਰ, ਮੇਰੇ ਪੁੱਤਰ, ਸਾਰੇ ਪੁੱਤਰ। ਹਾਂਜੀ, ਇਹ ਇਦਾਂ ਨਹੀਂ ਕਿ ਯਿਸੂ ਦੀ ਗੱਲ ਕਰ ਰਿਹਾ ਹੈਗਾ, ਇਹ ਸਾਰੇ ਪੁੱਤਰ ਲਿਖਿਆ। ਹਾਂਜੀ ਸੀ, ਇਹ ਗੱਲ ਰੈਫਰੈਂਸ ਫਰੀਸੀਆਂ ਨੂੰ ਉਹਨੇ ਦਿੱਤਾ ਕਿ ਉਹ ਕਹਿਣ ਲੱਗੇ ਇਹ ਤੇ ਕਿਸੇ ਸਕਾਲਰ ਦੇ ਚਰਨਾਂ 'ਚ ਨਾ ਕਲਾਮ ਨਹੀਂ ਸਿੱਖਾ, ਜਿਸ ਤਰ੍ਹਾਂ ਪਾਲੂਸ ਗਮਲੀਏਲ ਦੇ। ਤੇ ਉਹ ਯਿਸੂ ਨੂੰ ਕਿਹਾ ਕਿ ਤੁਸੀਂ ਨਹੀਂ ਪੜ੍ਹਿਆ ਕਿ ਯਸਾਇਆ 54:13 ਦੇ ਮੁਤਾਬਿਕ। ਸੋ ਇਹ ਵੀ ਗੱਲ ਹੈ, ਉਹ ਜਿਹੜੀ ਤੁਸੀਂ ਕਰ ਰਹੇ ਹੋ ਉਹ ਵੀ ਹੈ, ਲੇਕਿਨ ਖੁਦਾ ਨੇ ਵਸਾਇਲ ਵੀ ਕੀਤੇ ਹੁੰਦੇ ਨੇ। ਹੁਣ ਯਿਸੂ ਲਈ ਕੀ ਸੀ? ਦੇਖੋ ਸਾਡਾ ਹੁਣ ਯਿਸੂ ਦੇ ਖੁਦ ਦੀ ਕਲਾਮ ਸੀ, ਉਹਨੂੰ ਕੀ ਲੋੜ ਸੀ? ਦੇਖੋ ਜ਼ਰਾ ਇਸ ਸਰੀਰ ਦੇ ਵਿੱਚ 50 ਦੀ 4 ਤੇ 5 50 ਦੀ 50 ਦੀ ਹਾਂਜੀ 50 ਦੀ 4 ਤੇ 5 ਗਈ ਸੀ। ਹਾਂ, ਮੈਨੂੰ ਪਤਾ ਨਹੀਂ ਕਿੰਨੇ ਸੀ, 4 ਤੇ 5 ਨਹੀਂ ਸਕਿਆ। ਚਲੋ ਪੜ੍ਹ ਦਿਓ, ਮੇਰੇ ਖਿਆਲ ਠੀਕ ਹੀ ਹੋਣੀ। ਅੱਛਾ, ਤੇ ਹਾਂਜੀ ਯਸਾਇਆ 50 ਦੀ 4 ਤੇ 5 ਵਿੱਚ ਲਿਖਿਆ ਇਹ ਯਿਸੂ ਦੇ ਬਿਆਨ ਹੋਰ ਕਿਸੇ ਨਾਲ ਫਿੱਟ ਹੀ ਨਹੀਂ ਹੋ ਰਹੀ। ਠੀਕ ਹੈ, ਇਹ ਬਾਈਬਲ ਦੇ ਵਿੱਚ ਇੱਕ ਖੂਬਸੂਰਤੀ ਇਹ ਵੇ ਕਿ ਜਦੋਂ ਇੱਕ ਲਿਖਾਰੀ ਲਿਖ ਰਿਹਾ ਹੈ ਤੇ ਤਰੀਏਕ ਪਰਮੇਸ਼ਵਰ ਉਹਦੇ ਕੋਲੋਂ ਕਲਮ ਲੈ ਕੇ ਤੇ ਆਪਣਾ ਬਿਆਨ ਦੇ ਕੇ ਫਿਰ ਉਹ ਟੈਂਸ ਹੀ ਚੇਂਜ ਹੋ ਜਾਂਦਾ ਹੈ। ਦੇਖੋ ਜ਼ਰਾ, ਇਹ ਹੁਣ ਯਸਾਇਆ ਨਹੀਂ ਕਹਿ ਰਿਹਾ ਜਾਂ ਕਿਸੇ ਹੋਰ ਲਈ ਨਹੀਂ ਹੈ। ਜੀ, ਯਸਾਇਆ 50 ਦੀ 4 ਵਿੱਚ ਲਿਖਿਆ ਹੈ, ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਕਿ ਮੈਂ ਜਾਣਾ ਤੇ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ। ਯਸਾਇਆ 61 ਦੇ ਵਿੱਚ। ਹਾਂਜੀ, ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ ਕਿ ਮੈਂ ਚੇਲਿਆਂ ਵਾਂਗੂ ਸੁਣਾ। ਹਾਂਜੀ, ਅੱਗੇ ਹਾਂਜੀ, ਮੇਰਾ ਪ੍ਰਭੂ ਯਹੋਵਾ ਨੇ ਮੇਰੇ ਕੰਨ ਖੋਲੇ ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ। ਇਹ ਸੀ ਜਿਹਦੇ ਲਈ ਪਵਿੱਤਰ ਆਤਮਾ ਯਿਸੂ ਨੂੰ ਤਿਆਰ ਕਰ ਰਿਹਾ ਸੀ ਇਸ ਸਰੀਰ ਦੇ ਵਿੱਚ। ਸੋ ਜਦੋਂ ਅਸੀਂ ਇਸ ਸਰੀਰ ਦੇ ਵਿੱਚ ਹੁੰਦੇ ਹਾਂ, ਯਿਸੂ ਮਸੀਹ ਮਿਸਾਲ ਦੇਖ ਲਓ, ਹੈ ਨਾ। ਸੋ ਪਵਿੱਤਰ ਆਤਮਾ ਨਾਲ ਉਹ ਵੀ ਹੋਇਆ, ਲੇਕਿਨ ਗੱਲ ਕੀ ਹੈ ਕਿ ਫਿਰ ਵੀ ਸਾਨੂੰ ਖੁਦਾ ਦੇ ਇੰਤਜ਼ਾਮ ਨੇ, ਪਾਸਟਰਸ, ਟੀਚਰਸ, ਇਹਨਾਂ ਕੋਲ ਜਾਣਾ ਹੈ। ਲੇਕਿਨ ਅਗਰ ਇਹ ਸੈਮਨਰੀ ਨਹੀਂ ਹੋਈ ਯਸਾਇਆ 54 13 ਵਾਲੀ, ਤੇ ਫਿਰ ਤੇ ਬਾਤ ਨਹੀਂ ਬਣਦੀ। ਇਹ ਜ਼ਰੂਰੀ ਹੈ, ਬਿਲਕੁਲ ਜੀ, ਬਿਲਕੁਲ। ਤੇ ਹੋਰ ਕੁਛ ਜੀ? ਬਸ ਠੀਕ ਹੈ, ਉਹਨੂੰ ਕਲੀਅਰ ਕਰ ਦਿਓ ਥੋੜਾ ਜਿਹਾ ਤੇ ਫਿਰ ਖਤਮ ਕਰ ਦਿਓ। ਹਾਂਜੀ, ਬਿਲਕੁਲ ਜੀ। ਪਵਿੱਤਰ ਆਤਮਾ ਜਿਹੜੇ ਲੋਕ ਇਹ ਕਹਿੰਦੇ ਨੇ ਜੀ, ਜੀ, ਜਿਹੜੇ ਲੋਕ ਇਹ ਕਹਿੰਦੇ ਆ ਵੀ ਸਾਨੂੰ ਲੋੜ ਨਹੀਂ, ਤੇ ਹਾਂਜੀ, ਨਾਲੇ ਬਿਲਕੁਲ ਪਵਿੱਤਰ ਆਤਮਾ ਵੀ ਸਿਖਾਉਂਦਾ। ਤੇ ਜਿਸ ਤਰ੍ਹਾਂ ਆਪਾਂ ਤੁਸੀਂ ਦਿੱਤੀ ਸੀਗੀ ਆਪਣੇ ਪੌਲ ਦੀ, ਪਲੂਸ ਦੀ ਐਗਜ਼ਾਮਪਲ ਦਿੱਤੀ ਸੀਗੀ, ਉਹ ਸਿੱਧਾ ਅਰਬ ਦੇ ਵਿੱਚ ਚਲਾ ਗਿਆ ਤੇ ਫਿਰ ਉਹ ਦਮਸ਼ਕ ਚਲਾ ਗਿਆ, ਤੇ ਉਹ ਇੱਦਾਂ ਹੀ ਪਵਿੱਤਰ ਆਤਮਾ ਦੇ ਪਰਮੇਸ਼ਰ ਨੇ ਹੀ ਉਹਨੂੰ ਸਾਰਾ ਕੁਝ ਸਿਖਾ ਲਿਆ ਪਵਿੱਤਰ ਆਤਮਾ ਦੇ ਜ਼ਰੀਏ। ਪਰ ਫਿਰ ਵੀ ਉਹ ਵੀ ਦੱਸਦਾ ਹੈਗਾ, ਮੈਂ ਇੱਕ ਵਾਰੀ ਫਿਰ ਉਹਨਾਂ ਨਾਲ ਚੈੱਕ ਕਰਨ ਗਿਆ ਕਿ ਜਦੋਂ ਉਹ ਉੱਥੇ ਕੁਛ ਵਾਦ ਵਿਵਾਦ ਹੋ ਗਿਆ ਸੀਗਾ, ਹੈ ਨਾ, ਉਹਨਾਂ ਕੋਲ ਵੀ ਸਿੱਖਿਆ। ਫਿਰ ਉਹ ਕਹਿੰਦਾ ਮੈਂ ਉਹਨਾਂ ਨੂੰ ਚੈੱਕ ਕੀਤਾ, ਮੈਂ ਕਿਤੇ ਗਲਤ ਤਾਂ ਨਹੀਂ ਚੱਲ ਪਿਆ। ਐਗਜ਼ੈਕਟਲੀ। ਤੇ ਫਿਰ ਉਹਨਾਂ ਨੇ ਵੀ ਕਹਿੰਦੇ ਫਿਰ ਕਹਿੰਦਾ ਆਪਣੇ ਆਪ ਨੂੰ ਸਹੀ ਠੀਕ ਕਰਨ ਦੇ ਲਈ ਵੀ ਮੈਂ ਉਹਨਾਂ ਤੋਂ ਵੀ ਸਿੱਖਿਆ। ਕਹਿੰਦੇ ਉਹਨਾਂ ਨੇ ਵੀ ਚੇਲਿਆਂ ਨੇ ਬਾਕੀਆਂ ਨੂੰ ਵੀ ਮੈਂ ਕਿਉਂਕਿ ਮੈਂ ਚੇਲਿਆਂ ਦੇ ਨਾਲ ਰਿਹਾ ਨਹੀਂ, ਯਿਸੂ ਨਾਲ ਰਿਹਾ ਨਹੀਂ,
ਉਹ ਹਨਾ ਪੌਲ ਤੇ ਪਵਿੱਤਰ ਆਤਮਾ ਦੇ ਦੁਆਰਾ ਸਾਰਾ ਕੁਝ ਸਿੱਖਿਆ, ਜਾਂ ਫਿਰ ਉਹਨਾਂ ਨੇ ਪੁਰਾਣੇ ਨਿਯਮ 'ਚ ਜੋ ਵੀ ਉਹਦੇ ਕੋਲ ਸੀਗਾ ਉਹਦੇ ਮੁਤਾਬਕ ਉਹ ਸਿੱਖਿਆ। ਫਿਰ ਵੀ ਕਹਿੰਦਾ ਮੈਂ ਚੇਲਿਆਂ ਦੇ ਕੋਲ ਗਿਆ, ਫਿਰ ਉਹਨਾਂ ਨੇ ਕਹਿੰਦਾ ਮੈਨੂੰ ਜਿਹੜੀ ਚੀਜ਼ਾਂ ਮੈਂ ਸਮਝਦਾ ਸੀਗਾ, ਮੈਂ ਸਿੱਖਿਆ ਸੀਗਾ, ਉਹਨਾਂ ਨੇ ਉਹਨਾਂ ਨੂੰ ਗਲਤ ਨਹੀਂ ਕੀਤਾ। ਤੇ ਉਹ ਮੇਰਾ ਸਗਾ ਤੇ ਵਿਸ਼ਵਾਸ ਹੋਰ ਬਣ ਗਿਆ, ਕਨਫਰਮ ਹੋ ਗਿਆ ਵੀ ਮੈਂ ਜੋ ਸਿੱਖਿਆ ਉਹ ਠੀਕ ਹੋ ਗਿਆ। ਕਿਉਂਕਿ ਟਾਪਿਕ ਲੰਮਾ ਹੋ ਰਿਹਾ, ਸ਼ੈਤਾਨ ਵੀ ਟੀਚਿੰਗ ਦਿੰਦਾ ਹੈ। ਬਿਲਕੁਲ ਜੀ, ਉਹ ਤਾਂ ਕੰਮ ਆ ਪੁੱਠੇ ਪਾਸੇ ਮਾੜੀ, ਜਿਹੜਾ ਜਿੱਦਾਂ ਤੁਸੀਂ ਦੱਸਦੇ ਹੁੰਦੇ ਨੇ ਜੀ, ਜਦੋਂ ਸ਼ਿਪ ਜਾਂਦਾ ਹੈਗਾ ਨਾ ਮਾੜੀ ਜੀ ਡਾਇਰੈਕਸ਼ਨ ਚੇਂਜ ਕਰ ਦੋ, ਉਹ ਹੋਰ ਪਾਸੇ ਚਲੇ ਜਾਂਦਾ। ਹਾਂਜੀ, ਪਾਣੀ ਦੇ ਵਿੱਚ ਮਾੜਾ ਜਿਹਾ ਹੀ ਫਰਕ ਪੈ ਜਾਏ, ਮਾੜੇ ਛੋਟਾ ਜਿਹਾ ਐਂਗਲ, ਉਹ ਹੋਰ ਹੀ ਪਾਸੇ ਚਲੇ ਜਾਏਗਾ। ਇਹ ਅਮਰੀਕਾ ਕਿੰਨੇ ਡਰਾਫਟ ਹੋਇਆ ਸੀ ਇਦਾਂ ਹੀ ਗਵਾਚਿਆ ਨੇ। ਹਾਲੇਲੂਇਆ, ਹਾਂਜੀ ਹਾਲੇਲੂਇਆ ਜੀ ਸਰ, ਥੈਂਕ ਯੂ। ਬਿਲਕੁਲ ਜੀ, ਹੋਰ ਕੁਝ ਕਹਿਣਾ ਚਾਹੋਗੇ? ਬਸ ਹੋਰ ਅਗਰ ਕੋਈ ਸਵਾਲ ਨੇ ਹੋ ਵੀ ਸਕਦੇ ਨੇ ਹਾਂਜੀ ਜੀ, ਉਹ ਦੱਸ ਦਿਓ, ਤੁਹਾਨੂੰ ਬਿਲਕੁਲ ਇਤਲਾਹ ਕਰ ਦੇਣ। ਹਾਂਜੀ ਜਿਹੜਾ ਹੋਰ ਇੱਕ ਗੱਲ ਹੈਗੀ, ਜਿਹੜਾ ਆਪ ਕਹਿੰਦੇ ਸਿੱਖ ਸਕਦੇ ਹਾਂਗੇ, ਬਿਲਕੁਲ ਉਹ ਅੰਦਰ ਉਹ ਫਿਰ ਭੁੱਖ ਪਿਆਸ ਚਾਹੀਦੀ ਹੈ ਜੀ ਸਿੱਖਣ ਦੀ, ਤੇ ਨਾਲੇ ਮਸਾ ਖੁਦਾ ਫਿਰ ਹੋਰ ਟ੍ਰਾਂਸਫਰ ਕਰਦਾ ਹੈ। ਹਾਂਜੀ ਇਹ ਬਹੁਤ ਜ਼ਰੂਰੀ ਹੈਗੀ ਆ, ਤੇ ਆਪਾਂ ਨੂੰ ਉਹ ਭੁੱਖ ਪਿਆਸ ਹੋਵੇ ਤਾਂ ਕਿ ਪਰਮੇਸ਼ਰ ਦੇ ਨਾਲ ਉਹਦੀ ਹਜ਼ੂਰੀ ਵਿੱਚ ਬੈਠੀਏ, ਦੁਆਵਾਂ ਕਰੀਏ, ਵਚਨ ਪੜ੍ਹੀਏ, ਸਿੱਖੀਏ, ਖੋਜੀਏ, ਤਾਂ ਬਿਲਕੁਲ ਪਰਮੇਸ਼ਰ ਕਿਸੇ ਨਾਲ ਕੋਈ ਤਰਫਦਾਰੀ ਨਹੀਂ ਕਰਦਾ, ਸਭ ਨੂੰ ਸਿਖਾਲਣਾ ਚਾਹੁੰਦਾ ਹੈ। ਤੇ ਸਾਡੀ ਜ਼ਿੰਮੇਵਾਰੀ ਹੈਗੀ ਆ, ਅਸੀਂ ਕਿੰਨਾ ਕੁ ਸਿੱਖਣ ਦੇ ਲਈ ਆਪਣੇ ਲਈ ਤਿਆਰ ਹਾਂ। ਹਾਂਜੀ, ਭੁੱਖ ਪਿਆਸ ਸਾਡੇ। ਬਿਲਕੁਲ ਜੀ। ਆਪਾਂ ਇੱਥੇ ਫਿਨਿਸ਼ ਕਰਦੇ ਹਾਂ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਜੋ ਕੁਛ ਵੀ ਵਚਨ ਦੇ ਮੁਤਾਬਕ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਬੋਲਿਆ ਗਿਆ, ਉਹ ਸਭ ਕੁਝ ਸਾਡੇ ਅੰਦਰ ਵਸ ਜਾਏ, ਔਰ ਉਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਤਾਂ ਕਿ ਸ਼ੈਤਾਨ ਇਸ ਦੇ ਵਿੱਚ ਕੋਈ ਚੋਰੀ ਹੈਰਾਫੇਰੀ ਨਾ ਕਰ ਸਕੇ ਪਰਮੇਸ਼ਰ ਪਿਤਾ, ਔਰ ਸਭ ਦੇ ਨਾਲ ਆਪ ਦੇ ਵਚਨ ਦੁਆਰਾ ਗੱਲਬਾਤ ਕਰਨਾ ਪਰਮੇਸ਼ਰ ਪਿਤਾ। ਇਸ ਵਚਨ ਦੇ ਗੁੱਝੇ ਭੇਦਾਂ ਨੂੰ ਹੋਰ ਵੀ ਖੋਲੋ, ਜੋ ਪਰਮੇਸ਼ਰ ਪਿਤਾ ਸਾਡੇ ਕੋਲੋਂ ਨਹੀਂ ਬੋਲਿਆ ਗਿਆ, ਨਹੀਂ ਡਿਸਕਸ ਹੋਇਆ ਗਿਆ, ਉਹ ਵੀ ਪਰਮੇਸ਼ਰ ਪਿਤਾ ਸੁਣਨ ਵਾਲਿਆਂ ਦੇ ਨਾਲ ਉਹ ਵੀ ਭੇਦ ਖੋਲੋ, ਉਹਨਾਂ ਦੇ ਨਾਲ ਪਰਮੇਸ਼ਰ ਪਿਤਾ ਜਦੋਂ ਇਸ ਨੂੰ ਸੁਣਨ, ਉਹਨਾਂ ਦੇ ਨਾਲ ਗੱਲਬਾਤ ਕਰੋ ਪਰਮੇਸ਼ਰ ਪਿਤਾ, ਔਰ ਆਪ ਦੀ ਬਰਕਤ ਹਰ ਇੱਕ ਦੇ ਲਈ ਮੰਗਦੇ ਆ ਪਰਮੇਸ਼ਰ ਪਿਤਾ। ਮਸੀਹੀ ਬਦਨ ਹੋਰ ਮਜ਼ਬੂਤ ਹੋ ਸਕੇ ਪਰਮੇਸ਼ਰ ਪਿਤਾ, ਔਰ ਯਿਸੂ ਮਸੀਹ ਦੀ ਦੁਲਹਨ ਬਿਲਕੁਲ ਹੋਰ ਵੀ ਤਿਆਰ ਹੋ ਸਕੇ ਪਰਮੇਸ਼ਰ ਪਿਤਾ, ਔਰ ਇਸ ਦੇ ਵਿੱਚ ਕੋਈ ਵੀ ਮਿਲਾਵਟ, ਕੋਈ ਵੀ ਖਮੀਰ ਇਸ ਵਚਨ ਦੇ ਵਿੱਚ ਪਰਮੇਸ਼ਰ ਪਿਤਾ, ਕੋਈ ਵੀ ਸ਼ੈਤਾਨ ਦੀ ਤਾਕਤ ਨਾ ਪਾ ਸਕੇ ਪਰਮੇਸ਼ਰ ਪਿਤਾ। ਇਸ ਵਚਨ ਨੂੰ ਸੰਭਾਲਿਆ ਜਾਏ ਪਰਮੇਸ਼ਰ ਪਿਤਾ ਇਸ ਦੇ ਵਿੱਚ, ਔਰ ਲੋਕੀ ਇਸ ਦੀ ਭੁੱਖ ਪਿਆਸ ਰੱਖਣ ਔਰ ਸਮਝਣ ਔਰ ਜਾਣਨ। ਆਪ ਉਹਨਾਂ ਨੂੰ ਸਮਝਾਓ ਆਪਣੇ ਪਵਿੱਤਰ ਆਤਮਾ ਦੁਆਰਾ ਪਰਮੇਸ਼ਰ ਪਿਤਾ, ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।